वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 131। ਕਾਂਡ 8 ਧਾਰਮਿਕ ਲਹਿਰਾਂ। ਨਿਰੰਕਾਰੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੱਛਮੀ ਪੰਜਾਬ ਤੇ ਡੇਰਾ ਜਾਤ ਦੇ ਹਿੰਦੂ ਸਿੱਖ ਧਰਮ ਦੇ ਪ੍ਰਭਾਵ ਹੇਠ ਆ ਗਏ। ਕੁਝ ਕੁ ਨੇ ਤਾਂ ਖੰਡੇ ਦੀ ਪਹੁਲ ਛਕ ਲਈ ਤੇ ਖਾਲਸਾ ਸੰਗਠਨ ਵਿੱਚ ਸ਼ਾਮਿਲ ਹੋ ਗਏ। ਦੂਸਰੇ ਆਪਣੇ ਆਪ ਨੂੰ ਹਿੰਦੂ ਤਾਂ ਦੱਸਦੇ ਰਹੇ, ਪਰ ਉਹਨਾਂ ਨੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਤੇ ਵੇਦ ਮੰਤਰਾਂ ਦਾ ਉਚਾਰਨ ਛੱਡ ਕੇ ਗ੍ਰੰਥ ਸਾਹਿਬ ਪੜ੍ਹਨਾ ਤੇ ਗੁਰਦੁਆਰਿਆਂ ਵਿੱਚ ਸਿੱਖ ਸੰਗਤਾਂ ਵਿੱਚ ਸ਼ਾਮਿਲ ਹੋਣਾ ਸ਼ੁਰੂ ਕਰ ਦਿੱਤਾ। ਇਹਨਾਂ ਹਿੰਦੂਆਂ ਵਿੱਚ ਘੱਟੋ ਘੱਟ ਇੱਕ ਵਿਅਕਤੀ ਨੂੰ ਕੇਸਾਧਾਰੀ ਸਿੱਖ ਬਣਾਉਣ ਦਾ ਰਿਵਾਜ ਸ਼ੁਰੂ ਹੋ ਗਿਆ। ਇਹ ਅੱਧੇ ਹਿੰਦੂਆਂ ਤੇ ਅੱਧੇ ਸਿੱਖਾਂ ਦਾ ਸੰਬੰਧ ਖੱਤਰੀਆਂ, ਅਰੋੜਿਆਂ ਤੇ ਬਾਣੀਆਂ ਜਾਤੀਆਂ ਨਾਲ ਸੀ। ਉਹ ਧਾਰਮਿਕ ਵਿਸ਼ਵਾਸਾਂ ਦੇ ਪਰਿਵਰਤਨ ਦੇ ਬਾਵਜੂਦ ਆਪਣੀ ਜਾਤੀ ਵਿੱਚ ਹੀ ਵਿਆਹ ਕਰਵਾਉਂਦੇ ਰਹੇ। ਦਿਆਲ ਦਾਸ, ਜਿਸ ਦੀ ਮੌਤ 1855 ਈਸਵੀ ਵਿੱਚ ਹੋਈ, ਉਹ ਪਿਸ਼ਾਵਰ ਦਾ ਇੱਕ ਸੁਨਿਆਰਾ ਸੀ ਜੋ ਇਸ ਹਿੰਦੂ ਸਿੱਖ ਸੰਗਠਨ ਨਾਲ ਸੰਬੰਧਿਤ ਸੀ। ਉਹ ਮੂਰਤੀ ਪੂਜਾ, ਸਾਧੂਆਂ ਸੰਤਾਂ ਦੇ ਮਾਣ ਸਨਮਾਨ ਕਰਨ ਦਾ ਖੰਡਨ ਕਰਦਾ ਸੀ ਤੇ ਤੀਰਥ ਯਾਤਰਾ ਤੇ ਜਾਣ ਤੇ ਬ੍ਰਾਹਮਣਾਂ ਦੀਆਂ ਰੀਤਾਂ ਰਸਮਾਂ ਦਾ ਵਿਰੋਧ ਕਰਦਾ ਸੀ। ਉਸ ਦੀ ਸਿੱਖਿਆ ਦਾ ਸਹੀ, ਸਪਸ਼ਟ ਤੇ ਨਿਸ਼ਚਿਆਤਮਕ ਨਜ਼ਰੀਆ ਇਹ ਰਿਹਾ ਸੀ ਕਿ ਪਰਮਾਤਮਾ ਨਿਰੰਕਾਰ ਹੈ, ਇਸ ਲਈ ਬੁੱਤਾਂ ਤੇ ਸਾਧੂਆਂ ਦੀ ਪੂਜਾ ਵਿਅਰਥ ਤੇ ਨਿਰਾਰਥ ਹੈ। ਫਲਸਰੂਪ ਉਸ ਨੇ ਆਪਣੇ ਆਪ ਨੂੰ ਨਿਰੰਕਾਰੀ ਕਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਇੱਕ ਮੁਹਾਵਰੇਦਾਰ ਕਥਨ ਘੜ ਲਿਆ, ਧੰਨ ਨਿਰੰਕਾਰ ਦੇਹਧਾਰੀ ਸਭ ਖੁਆਰ। ਭਾਵ ਆਕਾਰ ਰਹਿਤ ਪਰਮਾਤਮਾ ਦੀ ਆਰਾਧਨਾ ਕਰੋ, ਦੇਹਧਾਰੀ ਮਨੁੱਖਾਂ ਦੀ ਪੂਜਾ ਦਾ ਕੋਈ ਲਾਭ ਨਹੀਂ ਹੈ। ਦਿਆਲ ਦਾਸ ਛੇਤੀ ਹੀ ਗੁਰੂ ਦੀ ਪਦਵੀ ਪ੍ਰਾਪਤ ਕਰ ਗਿਆ। ਉਸ ਦੇ ਬਹੁਤ ਸਾਰੇ ਪੈਰੋਕਾਰ ਬਣ ਗਏ ਤੇ ਉਹ ਵੀ ਉਸ ਵਾਂਗ ਆਪਣੇ ਆਪ ਨੂੰ ਨਿਰੰਕਾਰੀ ਕਹਿਣ ਲੱਗ ਪਏ। ਉਸ ਦੀ ਵਿਰੋਧਤਾ ਪਹਿਲਾਂ ਤਾਂ ਹਿੰਦੂ ਬ੍ਰਾਹਮਣਾਂ ਨੇ ਕੀਤੀ। ਦਿਆਲ ਦਾਸ ਜਦੋਂ ਪਿਸ਼ਾਵਰ ਤੋਂ ਰਾਵਲਪਿੰਡੀ ਚਲਾ ਗਿਆ ਤਾਂ ਉਸ ਦੀ ਵਿਰੋਧਤਾ ਗੁਰੂ ਨਾਨਕ ਦੇ ਬੇਦੀ ਜਾਨ ਸ਼ੀਨਾ ਨੇ ਕੀਤੀ, ਜਿਨ੍ਹਾਂ ਦੇ ਉਸ ਜ਼ਿਲ੍ਹੇ ਵਿੱਚ ਬਹੁਤ ਪੈਰੋਕਾਰ ਤੇ ਸ਼ਰਧਾਲੂ ਸਨ। ਨਿਰੰਕਾਰੀਆਂ ਨੂੰ ਹਿੰਦੂਆਂ ਤੇ ਸਿੱਖਾਂ ਦੋਹਾਂ ਨੇ ਹੀ ਆਪਣੇ ਸਮਾਜ ਵਿੱਚੋਂ ਛੇਕ ਦਿੱਤਾ ਤੇ ਉਹਨਾਂ ਨੂੰ ਆਪਣੇ ਪੂਜਾ ਸਥਾਨ ਬਣਾਉਣੇ ਪਏ। ਸਭ ਤੋਂ ਵੱਡਾ ਸਥਾਨ ਉਹਨਾਂ ਨੇ ਰਾਵਲਪਿੰਡੀ ਸ਼ਹਿਰ ਤੋਂ 4 ਮੀਲ ਬਾਹਰ ਲੇਈ ਨਦੀ ਦੇ ਕੰਢੇ ਬਣਾਇਆ। ਜਦੋਂ ਦਿਆਲ ਦਾਸ ਮਰ ਗਿਆ ਤਾਂ ਉਸ ਦੇ ਸੈਂਡਲ ਭਾਵ ਜੁੱਤੀ ਚੱਪਲ ਹੀ ਪੂਜਾ ਦੀ ਵਸਤੂ ਬਣ ਗਏ। ਉਹਨਾਂ ਨੂੰ ਗ੍ਰੰਥ ਦੇ ਬਰਾਬਰ ਇੱਕ ਪੀੜ੍ਹੀ ਜਾਂ ਵੇਦੀ ਤੇ ਰੱਖਿਆ ਗਿਆ ਤੇ ਉਹਦੇ ਨਾਮ ਤੇ ਬਣੇ ਮੰਦਰ ਨੂੰ ਦਿਆਲਸਰ ਕਿਹਾ ਜਾਣ ਲੱਗਾ। ਇਹੋ ਸਥਾਨ ਨਿਰੰਕਾਰੀ ਮੱਤ ਦਾ ਮੁੱਖ ਟਿਕਾਣਾ ਬਣ ਗਿਆ। ਦਿਆਲ ਦਾਸ ਦਾ ਉੱਤਰਾਧਿਕਾਰੀ ਉਸ ਦੇ 3 ਪੁੱਤਰਾਂ ਵਿੱਚ ਸਭ ਤੋਂ ਵੱਡਾ ਦਰਬਾਰਾ ਬਣ ਗਿਆ। ਦਰਬਾਰਾ ਸਿੰਘ ਨੇ ਨਿਰੰਕਾਰੀਆਂ ਲਈ ਨਵੇਂ ਕੇਂਦਰ ਬਣਵਾਏ ਤੇ ਆਪਣੇ ਪੈਰੋਕਾਰਾਂ ਦੀ ਜਾਣਕਾਰੀ ਤੇ ਅਗਵਾਈ ਲਈ ਹੁਕਮਨਾਮੇ ਜਾਰੀ ਕਰਨ ਦੀ ਪਿਰਤ ਵੀ ਸ਼ੁਰੂ ਕਰ ਦਿੱਤੀ। ਉਸ ਦਾ ਵੱਡਾ ਯੋਗਦਾਨ ਜਨਮ, ਵਿਆਹ ਤੇ ਮੌਤ ਨਾਲ ਸੰਬੰਧਿਤ ਰਸਮਾਂ ਨੂੰ ਨਿਸ਼ਚਿਤ ਕਰਨਾ ਸੀ। ਇਹ ਰੀਤਾਂ ਹਿੰਦੂ ਪਰੰਪਰਾਵਾਂ ਤੋਂ ਵੱਖਰੀਆਂ ਸਨ ਕਿਉਂਕਿ ਉਹਨਾਂ ਦਾ ਆਧਾਰ ਹਿੰਦੂ ਧਰਮ ਗ੍ਰੰਥ ਨਹੀਂ ਸਨ, ਸਗੋਂ ਉਹਨਾਂ ਦਾ ਆਧਾਰ ਗ੍ਰੰਥ ਸੀ। ਦਰਬਾਰਾ ਸਿੰਘ ਦੀ ਮੌਤ 1870 ਈਸਵੀ ਵਿੱਚ ਹੋਈ ਤੇ ਉਸ ਦਾ ਉੱਤਰਾਧਿਕਾਰੀ ਉਸ ਦਾ ਸਭ ਤੋਂ ਛੋਟਾ ਭਰਾ ਰਤਨ ਚੰਦ ਬਣਿਆ, ਜੋ 1909 ਵਿੱਚ ਮਰ ਗਿਆ ਤੇ ਰਤਨ ਸਿੰਘ ਦਾ ਉੱਤਰਾਧਿਕਾਰੀ ਗੁਰਦਿੱਤ ਸਿੰਘ ਬਣਿਆ, ਜੋ 1947 ਈਸਵੀ ਵਿੱਚ ਮਰ ਗਿਆ। ਨਿਰੰਕਾਰੀਆਂ ਦਾ ਵਰਤਮਾਨ ਮੁਖੀ ਗੁਰਦਿੱਤ ਸਿੰਘ ਦਾ ਪੁੱਤਰ ਹਰਾ ਸਿੰਘ ਹੈ। ਇਸ ਮੱਤ ਦੇ ਪੈਰੋਕਾਰਾਂ ਦੀ ਗਿਣਤੀ ਦੇ ਵੱਖ-ਵੱਖ ਅਨੁਮਾਨ ਲਾਏ ਗਏ ਹਨ।
ਨਿਰੰਕਾਰੀ ਆਪ 1 ਲੱਖ ਪੈਰੋਕਾਰਾਂ ਦਾ ਦਾਅਵਾ ਕਰਦੇ ਹਨ, ਜੋ ਮੁੱਖ ਤੌਰ ਤੇ ਅਰੋੜਾ, ਸੁਨਿਆਰਿਆਂ ਤੇ ਕਸ਼ਤਰੀਆਂ ਜਾਤਾਂ ਦੇ ਗੈਰ ਜੱਟ ਸਿੱਖਾਂ ਤੇ ਹਿੰਦੂਆਂ ਤੇ ਆਧਾਰਿਤ ਸਨ। 1947 ਈਸਵੀ ਤੱਕ ਉਹਨਾਂ ਦਾ ਪ੍ਰਭਾਵ ਉੱਤਰ ਪੱਛਮੀ ਸੀਮਾ ਪ੍ਰਾਂਤ ਅਤੇ ਕਸ਼ਮੀਰ ਦੇ ਹਿੰਦੂ ਸਿੱਖ ਫਿਰਕਿਆਂ ਤੱਕ ਹੀ ਸੀਮਿਤ ਸੀ। ਵੰਡ ਤੋਂ ਪਿੱਛੋਂ ਦਿਆਲਸਰ ਛੱਡ ਦਿੱਤਾ ਗਿਆ ਤੇ ਨਵਾਂ ਕੇਂਦਰ ਪਹਿਲਾਂ ਅੰਮ੍ਰਿਤਸਰ ਤੇ ਫਿਰ ਪੰਜਾਬ ਦੀ ਨਵੀਂ ਰਾਜਧਾਨੀ ਚੰਡੀਗੜ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਨਿਰੰਕਾਰੀਆਂ ਤੇ ਸਨਾਤਨੀ ਸਿੱਖਾਂ ਵਿੱਚ ਵੱਡਾ ਫਰਕ ਇਹੋ ਹੈ ਕਿ ਨਿਰੰਕਾਰੀ 10 ਗੁਰੂ ਸਾਹਿਬਾਨਾਂ ਤੋਂ ਬਿਨਾਂ ਹੋਰ ਗੁਰੂਆਂ ਦੀ ਪੂਜਾ ਵੀ ਕਰਦੇ ਹਨ। ਨਿਰੰਕਾਰੀ ਦਿਆਲਦਾਸ ਤੇ ਉਹਦੇ ਉੱਤਰਾਧਿਕਾਰੀਆਂ ਨੂੰ ਸ਼੍ਰੀ ਸਤਿਗੁਰ, ਸ਼੍ਰੀ ਹਜ਼ੂਰ ਸਾਹਿਬ ਆਦਿ ਸਨਮਾਨ ਸੂਚਕ ਉਪਾਧੀਆਂ ਨਾਲ ਯਾਦ ਕਰਦੇ ਹਨ ਜਾਂ ਬੁਲਾਉਂਦੇ ਹਨ। ਉਹ ਜੁਝਾਰੂ ਖਾਲਸੇ ਦਾ ਖੰਡਨ ਕਰਦੇ ਹਨ। 4 ਵਿੱਚੋਂ 2 ਨਿਰੰਕਾਰੀ ਗੁਰੂਆਂ ਨੇ ਖਾਲਸਾ ਬਣ ਕੇ ਅੰਮ੍ਰਿਤ ਨਹੀਂ ਛਕਿਆ ਸੀ। ਨਿਰੰਕਾਰੀ ਆਪਣੀ ਅਰਦਾਸ ਦੇ ਅੰਤ ਵਿੱਚ ਸ਼੍ਰੀ ਭਗਉਤੀ ਦੀ ਥਾਂ ਤੇ ਨਿਰੰਕਾਰ ਸ਼ਬਦ ਵਰਤਦੇ ਹਨ, ਕਿਉਂਕਿ ਉਹਨਾਂ ਅਨੁਸਾਰ ਭਗਉਤੀ ਵੀ ਹਿੰਦੂ ਦੇਵੀ ਦਾ ਨਾਮ ਹੈ। ਦੂਸਰਾ ਵੱਡਾ ਅੰਤਰ ਜੋ ਉਹਨਾਂ ਦਾ ਸਨਾਤਨੀ ਸਿੱਖਾਂ ਨਾਲੋਂ ਹੈ, ਉਹ ਹੈ ਪ੍ਰਣਾਮ ਕਰਨ ਦੀ ਵਿਧੀ। ਉਹ ਪਰੰਪਰਾ ਅਨੁਸਾਰ ਸਤਿ ਸ਼੍ਰੀ ਅਕਾਲ ਕਹਿਣ ਦੀ ਥਾਂ ਧੰਨ ਨਿਰੰਕਾਰ ਕਹਿੰਦੇ ਹਨ। ਨਿਰੰਕਾਰ ਬੜੀ ਤੇਜ਼ੀ ਨਾਲ ਆਪਣੀ ਵੱਖਰੀ ਪਛਾਣ ਗਵਾ ਰਹੇ ਹਨ ਤੇ ਕੁਝ ਹੀ ਦਹਾਕਿਆਂ ਵਿੱਚ ਉਹ ਆਪਣੇ ਮੁੱਖ ਧਾਰਾ ਹਿੰਦੂਆਂ ਜਾਂ ਸਿੱਖਾਂ ਵਿੱਚ ਜਾ ਮਿਲਣਗੇ। ਇਹ ਲਹਿਰ ਦੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਇਸ ਨੇ ਉਹ ਰਸਮਾਂ ਰੀਤਾਂ ਸ਼ੁਰੂ ਕੀਤੀਆਂ ਜਿਨ੍ਹਾਂ ਨੇ ਸਿੱਖਾਂ ਵਿੱਚ ਵੱਖਰੇਪਣ ਤੇ ਅਲਹਿਦਗੀ ਦੀ ਭਾਵਨਾ ਭਰ ਦਿੱਤੀ, ਜਿਸ ਕਾਰਨ ਸਿੱਖਾਂ ਦੇ ਹਿੰਦੂ ਧਰਮ ਵਿੱਚ ਜਜ਼ਬ ਹੋਣ ਦੇ ਅਮਲ ਨੂੰ ਠੱਲ ਪੈ ਗਈ। ਬਿਆਸ ਦੇ ਰਾਧਾ ਸੁਆਮੀ। ਰਾਧਾ ਸੁਆਮੀ ਦਾ ਬਾਣੀ ਆਗਰੇ ਦਾ ਹਿੰਦੂ ਸ਼ਾਹੂਕਾਰ ਸ਼ਿਵ ਦਿਆਲ ਸੀ। ਸ਼ਿਵ ਦਿਆਲ ਉੱਪਰ ਆਦਿ ਗ੍ਰੰਥ ਦਾ ਬਹੁਤ ਪ੍ਰਭਾਵ ਸੀ ਤੇ ਉਸ ਨੇ ਅਜਿਹੇ ਸਿਧਾਂਤ ਪੇਸ਼ ਕੀਤੇ ਜਿਸ ਵਿੱਚ ਹਿੰਦੂ ਧਰਮ ਤੇ ਸਿੱਖ ਧਰਮ ਦੇ ਤੱਤ ਸ਼ਾਮਿਲ ਸਨ। ਉਸ ਨੇ ਪਰਮਾਤਮਾ ਨੂੰ ਰਾਧਾ ਭਾਵ ਆਤਮਾ ਦਾ ਚਿੰਨ੍ਹ ਤੇ ਸੁਆਮੀ ਭਾਵ ਮਾਲਕ ਦਾ ਮੇਲ ਦੱਸਿਆ ਤੇ ਇਸ ਤਰ੍ਹਾਂ ਉਹ ਰਾਧਾ ਸੁਆਮੀ ਦਾ ਪੁਜਾਰੀ ਜਾਂ ਉਪਾਸਕ ਬਣਿਆ। ਸ਼ਿਵ ਦਿਆਲ ਦੇ ਵਿਸ਼ਵਾਸ ਤੇ ਸਿਧਾਂਤ ਉਹਦੀ ਪੁਸਤਕ ਸਾਰ ਬਚਨ ਵਿੱਚ ਹਨ, ਜਿਨ੍ਹਾਂ ਦਾ ਸੰਖੇਪ ਸਾਰ ਹੇਠਾਂ ਦਿੱਤਾ ਜਾਂਦਾ ਹੈ। ਮਾਨਵ ਜੋ ਪਰਮਾਤਮਾ ਦੀ ਰਚਨਾ ਵਿੱਚ ਸਭ ਤੋਂ ਉੱਤਮ ਹੈ, ਇਸ ਲਈ ਦੁੱਖਾਂ ਵਿੱਚ ਘਿਰਿਆ ਹੋਇਆ ਹੈ, ਕਿਉਂਕਿ ਉਹ ਪੂਰਨਤਾ ਪ੍ਰਾਪਤ ਨਹੀਂ ਕਰਦਾ ਜੋ ਉਹ ਕਰ ਸਕਣ ਦੇ ਯੋਗ ਹੈ। ਇਹ ਪੂਰਨਤਾ ਗੁਰੂ ਦੀ ਅਗਵਾਈ ਨਾਲ ਪ੍ਰਾਪਤ ਹੁੰਦੀ ਹੈ ਜੋ ਦੀਕਸ਼ਾ ਦਿੰਦੀ ਹੈ। ਇਹ ਗੁਪਤ ਸਿਧਾਂਤ ਹੈ ਜਿਸ ਅਨੁਸਾਰ ਮਨੁੱਖ ਨੂੰ ਸਰੀਰ ਅਤੇ ਮਾਨਸਿਕ ਅਨੁਸ਼ਾਸਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਮਾਧੀ ਲਗਾ ਸਕੇ। ਆਦਮੀ ਦੇ ਸਰੀਰ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਅੱਖਾਂ ਤੋਂ ਉੱਪਰਲਾ ਭਾਗ ਆਤਮਾ ਦਾ ਨਿਵਾਸ ਸਥਾਨ ਹੈ ਤੇ ਅੱਖਾਂ ਤੋਂ ਹੇਠਲੇ ਭਾਗ ਨੂੰ ਮਨ ਕਾਬੂ ਕਰਦਾ ਹੈ। ਪਰਮਾਤਮਾ ਦੀ ਪ੍ਰਾਪਤੀ, ਗੁਰੂ ਦਾ ਪ੍ਰਤੀਬਿੰਬ, ਸ਼ਿਵ ਨੇਤਰ ਭਾਵ ਅੱਖਾਂ ਦੇ ਵਿਚਕਾਰ ਇੱਕ ਸਥਾਨ ਤੇ ਪੁਨਰ ਸਥਾਪਿਤ ਕਰਨ ਦੇ ਸ਼ਬਦ ਜਾਂ ਨਾਮ ਉਚਾਰਨ ਨਾਲ ਹੁੰਦੀ ਹੈ। ਇਸ ਅਭਿਆਸ ਨੂੰ ਸੁਰਤ ਯੋਗ ਕਿਹਾ ਜਾਂਦਾ ਹੈ, ਇਸ ਲਈ ਸਤਸੰਗ ਜ਼ਰੂਰੀ ਹੈ। ਸੰਸਥਾ ਨੂੰ ਰਾਧਾ ਸੁਆਮੀ ਸਤਸੰਗ ਕਿਹਾ ਜਾਂਦਾ ਹੈ। ਸ਼ਿਵ ਦਿਆਲ ਵੱਲ ਬਹੁਤ ਸਾਰੇ ਹਿੰਦੂ ਤੇ ਸਿੱਖ ਆਕਰਸ਼ਿਤ ਹੋਏ ਤੇ ਇਸ ਤਰ੍ਹਾਂ ਉਹ ਇਸ ਮਤ ਦਾ ਪਹਿਲਾ ਗੁਰੂ ਬਣ ਗਿਆ। ਉਸ ਦੀ ਮੌਤ ਮਗਰੋਂ ਰਾਧਾ ਸੁਆਮੀ 2 ਧੜਿਆਂ ਵਿੱਚ ਵੰਡਿਆ ਗਿਆ। ਮੁੱਖ ਕੇਂਦਰ ਤਾਂ ਆਗਰੇ ਹੀ ਰਿਹਾ, ਪਰ ਇੱਕ ਸਾਂਖ ਸਿੱਖ ਪੈਰੋਕਾਰ ਜੈਮਲ ਸਿੰਘ ਨੇ ਬਿਆਸ ਦੇ ਕਿਨਾਰੇ ਸ਼ੁਰੂ ਕਰ ਲਈ। ਇਹ ਥਾਂ ਅੰਮ੍ਰਿਤਸਰ ਤੋਂ ਬਹੁਤੀ ਦੂਰ ਨਹੀਂ ਸੀ। ਬਿਆਸ ਦੇ ਰਾਧਾ ਸੁਆਮੀ ਬਹੁਤ ਜਲਦੀ ਆਗਰਾ ਦੇ ਕੇਂਦਰ ਤੋਂ ਵੱਖ ਤੇ ਸੁਤੰਤਰ ਹੋ ਗਏ ਤੇ ਉਹਨਾਂ ਦੇ ਆਪਣੇ ਗੁਰੂ ਬਣੇ ਜੋ ਸਭ ਸਿੱਖ ਹੀ ਸਨ। ਜੈਮਲ ਸਿੰਘ ਦੀ ਮੌਤ ਪਿੱਛੋਂ ਉਹਦੇ ਚੇਲਿਆਂ ਵਿੱਚ ਇੱਕ ਸਾਵਣ ਸਿੰਘ ਗਰੇਵਾਲ ਜੋ ਇੰਜੀਨੀਅਰ ਸੀ, ਪੰਜਾਬ ਦੇ ਰਾਧਾ ਸੁਆਮੀਆਂ ਦਾ ਮੁਖੀ ਬਣਿਆ। ਸਾਵਣ ਸਿੰਘ ਨੇ ਬਿਆਸ ਕੇਂਦਰ ਨੂੰ ਬਹੁਤ ਵਧਾਇਆ ਤੇ ਇਸ ਦਾ ਨਾਮ ਡੇਰਾ ਬਾਬਾ ਜੈਮਲ ਸਿੰਘ ਰੱਖਿਆ।
ਸਾਵਣ ਸਿੰਘ ਦੇ ਕਾਰਜਕਾਲ ਵਿੱਚ ਰਾਧਾ ਸੁਆਮੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ। ਸਿੱਖਾਂ ਤੋਂ ਬਿਨਾਂ ਜਿਹੜੇ ਕਿ ਇਹਦੀ ਨਾਭੀ ਸਨ, ਇਸ ਵਿੱਚ ਹਿੰਦੂ, ਮੁਸਲਮਾਨ, ਪਾਰਸੀ, ਈਸਾਈ ਵੀ ਸ਼ਾਮਿਲ ਹੋ ਗਏ। ਸਾਵਣ ਸਿੰਘ ਦੀ ਮੌਤ 1849 ਈਸਵੀ ਵਿੱਚ ਹੋ ਗਈ। ਉਸ ਦਾ ਉੱਤਰਾਧਿਕਾਰੀ ਖੇਤੀਬਾੜੀ ਦਾ ਇੱਕ ਰਿਟਾਇਰ ਪ੍ਰੋਫੈਸਰ ਜਗਤ ਸਿੰਘ ਬਣਿਆ। 3 ਸਾਲ ਦੀ ਛੋਟੀ ਜਿਹੀ ਅਵਧੀ ਪਿੱਛੋਂ ਜਗਤ ਸਿੰਘ 1951 ਈਸਵੀ ਵਿੱਚ ਮਰ ਗਿਆ। ਉਸ ਨੇ ਆਪਣਾ ਉੱਤਰਾਧਿਕਾਰੀ ਸਾਵਣ ਸਿੰਘ ਦੇ ਪੋਤਰੇ ਚਰਨ ਸਿੰਘ ਗਰੇਵਾਲ ਨੂੰ ਨਾਮਜ਼ਦ ਕੀਤਾ। ਚਰਨ ਸਿੰਘ ਇੱਕ ਪੜ੍ਹਿਆ ਲਿਖਿਆ ਤੇ ਜਾਦੂਮਈ ਖਿੱਚ ਦਾ ਮਾਲਕ ਸੀ। ਉਸ ਦੀ ਅਗਵਾਈ ਵਿੱਚ ਬਿਆਸ ਰਾਧਾ ਸੁਆਮੀ ਇੱਕ ਮਹੱਤਵਪੂਰਨ ਗਿਣਤੀ ਦਾ ਸੰਗਠਨ ਬਣ ਗਿਆ ਤੇ ਜਿਸ ਦੇ ਲਗਭਗ 1 ਲੱਖ ਲੋਕ ਆਪਣੇ ਗੁਰੂਆਂ ਦੇ ਜਨਮ ਦਿਨ ਮਨਾਉਣ ਲਈ ਇਕੱਤਰਤ ਹੁੰਦੇ ਹਨ। ਉਹ ਵੱਖ-ਵੱਖ ਕੌਮਾਂ ਤੇ ਸੰਪਰਦਾਵਾਂ ਦੇ 10 ਲੱਖ ਆਦਮੀਆਂ ਤੇ ਇਸਤਰੀਆਂ ਦੇ ਪੈਰੋਕਾਰਾਂ ਦਾ ਦਾਅਵਾ ਕਰਦੇ ਹਨ। ਰਾਧਾ ਸੁਆਮੀਆਂ ਦੇ ਸਨਾਤਨੀ ਸਿੱਖ ਧਰਮ ਨਾਲ ਕੁਝ ਮੂਲ ਮਤਭੇਦ ਹਨ। ਉਹ ਜੀਵਤ ਗੁਰੂ ਨੂੰ ਮੰਨਦੇ ਹਨ ਜੋ ਚੇਲਿਆਂ ਨੂੰ ਦੀਖਿਆ ਦਿੰਦਾ ਹੈ। ਇਸ ਤਰ੍ਹਾਂ ਉਹ ਗੁਰੂ ਭਾਈ ਜਾਂ ਭੈਣਾਂ ਬਣ ਜਾਂਦੇ ਹਨ ਤੇ ਇੱਕ ਦੂਸਰੇ ਨੂੰ ਰਾਧਾ ਸੁਆਮੀ ਕਹਿ ਕੇ ਪ੍ਰਣਾਮ ਕਰਦੇ ਹਨ। ਰਾਧਾ ਸੁਆਮੀ ਮੰਦਰਾਂ ਵਿੱਚ ਗ੍ਰੰਥ ਸਾਹਿਬ ਨਹੀਂ ਹੁੰਦਾ, ਬਸ ਇੱਕ ਚਬੂਤਰਾ ਹੀ ਹੁੰਦਾ ਹੈ ਜਿੱਥੇ ਗੁਰੂ ਬੈਠ ਕੇ ਚੇਲਿਆਂ ਨੂੰ ਪ੍ਰਵਚਨ ਦਿੰਦਾ ਹੈ। ਉਹ ਕੀਰਤਨ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਸੰਗੀਤ ਮਨ ਨੂੰ ਸ਼ਬਦਾਂ ਦੇ ਅਰਥਾਂ ਵੱਲੋਂ ਮੋੜ ਕੇ ਸਿਰਫ ਮਨੋਰੰਜਨ ਵੱਲ ਲਿਜਾਂਦਾ ਹੈ। ਭਾਵੇਂ ਬਿਆਸ ਦੇ ਰਾਧਾ ਸੁਆਮੀ ਗੁਰੂ ਤੇ ਉਹਨਾਂ ਦੇ ਸਿੱਖ ਚੇਲੇ ਕੇਸਾਧਾਰੀ ਰਹਿੰਦੇ ਹਨ, ਪਰ ਉਹ ਖੰਡੇ ਦੀ ਪਹੁਲ ਲੈਣ ਤੇ ਖਾਲਸੇ ਦੀਆਂ ਪ੍ਰਤੀਕਿਰਿਆਵਾਂ ਵਿੱਚ ਯਕੀਨ ਨਹੀਂ ਕਰਦੇ। ਭਾਵੇਂ ਰਾਧਾ ਸੁਆਮੀ ਸਿੱਖ ਧਰਮ ਦੇ ਬਹੁਤ ਦੇਣਦਾਰ ਹਨ ਕਿਉਂਕਿ ਉਹਨਾਂ ਦੇ ਗੁਰੂਆਂ ਦੇ ਪ੍ਰਵਚਨ ਜ਼ਿਆਦਾ ਕਰਕੇ ਆਦਿ ਗ੍ਰੰਥ ਵਿੱਚੋਂ ਹੀ ਲਏ ਗਏ ਹਨ, ਪਰ ਉਹਨਾਂ ਨੂੰ ਸਿੱਖ ਧਰਮ ਦਾ ਇੱਕ ਉਪ ਫਿਰਕਾ ਕਹਿਣਾ ਗਲਤ ਹੋਵੇਗਾ। ਉਹਨਾਂ ਨੂੰ ਸਿੱਖ ਧਾਰਮਿਕ ਲਹਿਰਾਂ ਨਾਲ ਵਿਚਰਨ ਦਾ ਇੱਕੋ ਇੱਕ ਉਚਿੱਤਾ ਇਹੋ ਹੈ ਕਿ ਉਹਨਾਂ ਦੀ ਸਹਿਜਧਾਰੀਆਂ ਨਾਲ ਨਿਕਟ ਸਮਾਨਤਾ ਹੈ। ਸਹਿਜਧਾਰੀ ਆਮ ਕਰਕੇ 10 ਸਿੱਖ ਗੁਰੂਆਂ ਦੀਆਂ ਸਭ ਸਿੱਖਿਆਵਾਂ ਮੰਨਦੇ ਹਨ ਤੇ ਇਹ ਭਰਮ ਬਣਾਈ ਰੱਖਦੇ ਹਨ ਕਿ ਹੌਲੀ-ਹੌਲੀ ਉਹ ਸਿੰਘ ਸੱਜ ਜਾਣਗੇ। ਰਾਧਾ ਸੁਆਮੀ ਸਿਰਫ ਪਹਿਲੇ 5 ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਕਰਦੇ ਹਨ ਜੋ ਆਦਿ ਗ੍ਰੰਥ ਵਿੱਚ ਦਰਜ ਹਨ ਤੇ ਬਾਕੀ ਸਭ ਕੁਝ ਆਪਰਵਾਨ ਕਰਦੇ ਹਨ। ਉਹਨਾਂ ਦੇ ਮਤ ਵੱਲ ਪੜ੍ਹੇ ਲਿਖੇ ਤੇ ਧਾਰਮਿਕ ਝੁਕਾਅ ਵਾਲੇ ਵਰਗ ਭਾਵ ਹਿੰਦੂ ਧਰਮ ਵੱਲ ਝੁਕਾਅ ਰੱਖਦੇ ਸਿੱਖ ਤੇ ਸਿੱਖ ਧਰਮ ਵੱਲ ਝੁਕਾਅ ਰੱਖਦੇ ਹਿੰਦੂ ਆਕਰਸ਼ਿਤ ਹੁੰਦੇ ਹਨ। ਨਾਮਧਾਰੀ ਜਾਂ ਕੂਕਾ ਲਹਿਰ। ਨਾਮਧਾਰੀ ਮਤ ਦੀ ਨੀਂਹ ਉੱਤਰ ਪੱਛਮੀ ਸੀਮਾ ਖੇਤਰ ਦੇ ਹਜਰੋਂ ਪਿੰਡ ਦੇ ਬਾਲਕ ਸਿੰਘ ਨੇ ਰੱਖੀ ਸੀ। ਬਾਲਕ ਸਿੰਘ ਜ਼ਿਲ੍ਹਾ ਅਟਕ ਦੇ ਪਿੰਡ ਸਰਵਾਲਾ ਦੇ ਸੁਨਾਰ ਦਾ ਪੁੱਤਰ ਸੀ ਜੋ ਮਗਰੋਂ ਆਪਣਾ ਕਾਰੋਬਾਰ ਹਜਰੋਂ ਜਾ ਕੇ ਕਰਨ ਲੱਗਾ। ਉਹ ਬੱਤਰਾ ਗੋਤ ਦਾ ਅਰੋੜਾ ਸੀ। ਬਾਲਕ ਸਿੰਘ ਨੂੰ ਜਵਾਹਰ ਮੱਲ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਮਿਲੀ ਸੀ ਜੋ ਗਰੀਬ ਦੇ ਗੁਣਾਂ ਦਾ ਪ੍ਰਚਾਰ ਤੇ ਧਨ ਦੌਲਤ ਦੀ ਨਿਖੇਧੀ ਕਰਦਾ ਸੀ ਕਿਉਂਕਿ ਧਨ ਦੌਲਤ ਪਰਮਾਤਮਾ ਤੋਂ ਬੇਮੁਖ ਕਰਕੇ ਬੇਦੀਨ ਨਾਸਤਕ ਬਣਾ ਦਿੰਦੀ ਹੈ। ਜਵਾਹਰ ਮੱਲ ਜੋ ਆਪਣੀ ਭਗਤੀ ਭਾਵ ਕਾਰਨ ਸਾਈਂ ਸਾਹਿਬ ਵਜੋਂ ਮਸ਼ਹੂਰ ਸੀ, ਹਰੀਪੁਰ ਨੇੜੇ ਪਿੰਡ ਸਰਾਏ ਸਲੋਹ ਦੇ ਦਿਆਲ ਚੰਦ ਦਾ ਪੁੱਤਰ ਸੀ। ਦਿਆਲ ਚੰਦ ਭਾਵੇਂ ਵੈਸ਼ਨਵ ਹਿੰਦੂ ਸੀ ਪਰ ਉਹ ਸਿੱਖ ਧਰਮ ਦੇ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਗ੍ਰੰਥ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੇ ਡੇਰੇ ਤੇ ਬਹੁਤ ਸਾਰੇ ਲੋਕ ਆਉਣੇ ਸ਼ੁਰੂ ਹੋ ਗਏ। ਉਹ ਭਗਤ ਵਜੋਂ ਪ੍ਰਸਿੱਧ ਹੋ ਗਿਆ ਤੇ ਉਹਦੇ ਵੰਸ਼ਜ ਜੋ ਕਲਾਲ ਸਨ ਆਪਣੇ ਆਪ ਨੂੰ ਭਗਤ ਕਹਿਣ ਲੱਗ ਪਏ। 1847 ਵਿੱਚ ਜਵਾਹਰ ਮੱਲ ਨੇ ਰੱਬੀ ਭਗਤੀ ਲਈ ਜਗਿਆਸੀ ਅਭਿਆਸੀ ਆਸ਼ਰਮ ਕਾਇਮ ਕੀਤਾ।
ਬਾਲਕ ਸਿੰਘ ਵੀ ਉਹਦੇ ਪੱਗ ਚਿੰਨ੍ਹ ਤੇ ਚੱਲਦਾ ਹੋਇਆ ਸਾਦਾ ਜੀਵਨ ਜਿਉਣ ਤੇ ਰੱਬ ਦਾ ਨਾਮ ਜਪਣ ਤੋਂ ਬਿਨਾਂ ਕਿਸੇ ਧਾਰਮਿਕ ਰੀਤੀ ਤੇ ਨਾ ਚੱਲਣ ਦਾ ਜ਼ੋਰਦਾਰ ਪ੍ਰਚਾਰ ਕਰਦਾ ਰਿਹਾ ਸੀ। ਇਸ ਲਈ ਉਸ ਨੂੰ ਨਾਮਧਾਰੀ ਕਿਹਾ ਜਾਣ ਲੱਗਾ। ਨਾਮਧਾਰੀਆਂ ਲਈ 3 ਵਜੇ ਜਾਗਣਾ, ਦਾਤਰ ਇਸ਼ਨਾਨ ਕਰਨਾ ਜ਼ਰੂਰੀ ਸੀ। ਉਹਨਾਂ ਨੂੰ ਸਾਦਗੀ ਤੇ ਸੰਜਮੀ ਜੀਵਨ ਜਿਉਣ ਦਾ ਹੁਕਮ ਸੀ। ਉਹਨਾਂ ਨੂੰ ਕੁੜੀ ਮਾਰਨ ਤੇ ਦਾਜ ਲੈਣ ਦੀ ਸਖਤ ਮਨਾਹੀ ਸੀ। ਨਾਮਧਾਰੀਆਂ ਨੂੰ ਕਿਰਤ ਕਮਾਈ ਤੇ ਰਹਿਣ ਦਾ ਹੁਕਮ ਸੀ ਤੇ ਮੰਗਣਾ ਉੱਪਰ ਮਨਾਹੀ ਸੀ। ਉਹਨਾਂ ਲਈ ਤੰਬਾਕੂ, ਨਸਵਾਰ ਤੇ ਸ਼ਰਾਬ ਵੀ ਮਨ੍ਹਾ ਸੀ। ਉਹਨਾਂ ਦੇ ਭੋਜਨ ਵਿੱਚ ਮਾਸ ਵੀ ਮਨ੍ਹਾ ਸੀ। ਬਾਲਕ ਸਿੰਘ ਦੇ ਉਪਦੇਸ਼ਾਂ ਨਾਲੋਂ ਵਧੇਰੇ ਉਸ ਦੀ ਸ਼ਖਸੀਅਤ ਦਾ ਪ੍ਰਭਾਵ ਸੀ, ਜਿਸ ਕਾਰਨ ਉਹਦੇ ਪੈਰੋਕਾਰ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਸਮਝਣ ਲੱਗੇ। ਬਾਲਕ ਸਿੰਘ ਨੇ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਸਰਗਰਮ ਤੇ ਉਤਸ਼ਾਹੀ ਚੇਲਿਆਂ ਵਿੱਚੋਂ ਰਾਮ ਸਿੰਘ ਤਰਖਾਣ ਨੂੰ ਉੱਤਰਾਧਿਕਾਰੀ ਥਾਪਿਆ। ਨਾਮਧਾਰੀਆਂ ਦਾ ਮੁੱਖ ਸਥਾਨ ਹਜਰੋਂ ਤੋਂ ਰਾਮ ਸਿੰਘ ਦੇ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਭੈਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਰਾਮ ਸਿੰਘ ਭੈਣੀ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਰਾਮਗੜੀਆ ਸੀ। ਉਹ ਦਰਬਾਰ ਦੇ ਤੋਪਖਾਨੇ ਵਿੱਚ ਸੀ। ਜਦੋਂ ਉਸ ਦੀ ਪਲਟਨ ਸਰਹੱਦ ਤੇ ਨਿਯੁਕਤ ਹੋਈ ਤਾਂ ਉਹਦੀ ਬਾਲਕ ਸਿੰਘ ਨਾਲ ਮੁਲਾਕਾਤ ਹੋਈ। ਜਦੋਂ ਸਿੱਖ ਤੋਪਖਾਨਾ ਪਹਿਲੇ ਐਂਗਲੋ ਸਿੱਖ ਯੁੱਧ ਪਿੱਛੋਂ ਬਰਖਾਸਤ ਕਰ ਦਿੱਤਾ ਗਿਆ, ਰਾਮ ਸਿੰਘ ਆ ਕੇ ਹਜਰੋਂ ਰਹਿਣ ਲੱਗਾ। ਪੰਜਾਬ ਦੇ ਇਲਹਾਕ ਪਿੱਛੋਂ ਉਹ ਭੈਣੀ ਆ ਗਿਆ ਤੇ ਉਸ ਨੇ ਆਪਣਾ ਜੱਦੀ ਕੀਤਾ ਸ਼ੁਰੂ ਕਰ ਲਿਆ ਤੇ ਨਾਲ ਨਾਲ ਉਹ ਬਾਲਕ ਸਿੰਘ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗ ਪਿਆ। ਰਾਮ ਸਿੰਘ ਨੇ ਪੂਜਾ ਦੀ ਵਿਧੀ, ਰੂਪ ਤੇ ਵੇਸ਼-ਭੂਸ਼ਾ ਤੇ ਸੰਬੋਧਿਤ ਕਰਨ ਦੇ ਢੰਗ ਵਿੱਚ ਤਬਦੀਲੀਆਂ ਕੀਤੀਆਂ, ਜਿਸ ਕਾਰਨ ਉਸ ਦੇ ਪੈਰੋਕਾਰ ਦੂਸਰੇ ਸਿੱਖਾਂ ਨਾਲੋਂ ਵਿਲੱਖਣ ਹੋ ਗਏ। ਉਹਦੀ ਪੈਰਵਾਈ ਕਰਦਿਆਂ ਉਹਦੇ ਚੇਲੇ ਵੀ ਸ਼ਬਦ ਉਚਾਰਦਿਆਂ ਤੇ ਦਰਵੇਸ਼ਾਂ ਵਾਂਗ ਨੱਚਦਿਆਂ ਇਤਨੇ ਜੋਸ਼ ਵਿੱਚ ਆ ਜਾਂਦੇ ਸਨ ਕਿ ਉਹ ਉੱਚੀਆਂ ਉੱਚੀਆਂ ਕੂਕਾਂ ਮਾਰਨ ਲੱਗ ਜਾਂਦੇ ਸਨ। ਇਸੇ ਕਰਕੇ ਉਹ ਕੂਕੇ ਕਹਿ ਕਰਕੇ ਵੀ ਪ੍ਰਸਿੱਧ ਹੋ ਗਏ। ਕੂਕੇ ਸਿਰਫ ਹੱਥ ਦੇ ਬਣਾਏ ਖੱਦਰ ਦੇ ਕੱਪੜੇ ਹੀ ਪਹਿਨਦੇ ਸਨ। ਉਹ ਆਪਣੇ ਹੀ ਢੰਗ ਨਾਲ ਪਗੜੀ ਬੰਨ੍ਹਦੇ ਸਨ। ਉਹ ਚੁੰਝ ਵਾਲੀ ਪੱਗ ਬੰਨ੍ਹਣ ਦੀ ਥਾਂ ਤੇ ਮੱਥੇ ਤੇ ਸਿੱਧੀ ਗੋਲ ਪੱਗ ਬੰਨ੍ਹਦੇ ਸਨ। ਉਹ ਹੱਥਾਂ ਵਿੱਚ ਡਾਂਗਾਂ ਰੱਖਦੇ ਸਨ ਤੇ ਉਹ ਪਰੰਪਰਕ ਸਤਿ ਸ਼੍ਰੀ ਅਕਾਲ ਦੀ ਥਾਂ ਤੇ ਸਤਿ ਅਕਾਲ ਪੁਰਖ ਕਹਿ ਕੇ ਇੱਕ ਦੂਸਰੇ ਨੂੰ ਪ੍ਰਣਾਮ ਕਰਦੇ ਸਨ। ਭਾਵੇਂ ਬਹੁਤ ਕੂਕੇ ਰਾਮਗੜੀਏ ਜੱਟਾਂ, ਮੋਚੀਆਂ, ਮਜ਼੍ਹਬੀਆਂ ਦੇ ਗਰੀਬ ਪਰਿਵਾਰਾਂ 'ਚੋਂ ਆਉਂਦੇ ਸਨ, ਪਰ ਰਾਮ ਸਿੰਘ ਉਹਨਾਂ ਨੂੰ ਇਸ ਤਰ੍ਹਾਂ ਅਨੁਭਵ ਕਰਾਉਂਦੇ ਸਨ ਜਿਵੇਂ ਉਹ ਸਭ ਤੋਂ ਉੱਤਮ ਹੋਣ। ਉਹ ਉਹਨਾਂ ਨੂੰ ਸੰਤ ਖਾਲਸਾ ਕਹਿੰਦੇ ਸਨ, ਜਦੋਂ ਕਿ ਦੂਸਰੇ ਮਲੇਛ ਸਨ। ਰਾਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਹੁਕਮਨਾਮੇ ਜਾਰੀ ਕੀਤੇ, ਜਿਨ੍ਹਾਂ ਵਿੱਚ ਸਦਾਚਾਰਕ, ਸਮਾਜਿਕ, ਸਿਹਤ ਵਿਗਿਆਨ ਤੇ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ। ਸਦਾਚਾਰਕ ਸਿੱਖਿਆ: ਚੋਰੀ ਨਾ ਕਰੋ, ਯਾਰੀ ਨਾ ਕਰੋ, ਵਿਅਕਤੀਗਤ ਤੰਬਾਕੂ, ਸ਼ਰਾਬ ਤੇ ਕਿਸੇ ਵੀ ਕਿਸਮ ਦਾ ਮਾਸ ਗ੍ਰਹਿਣ ਨਾ ਕਰੋ, ਪਗੜੀ ਸਿੱਧੀ, ਮੱਥੇ ਉਦਾਲੇ ਬੰਨੋ। ਸਮਾਜਿਕ: ਨਾ ਕੁੜੀ ਮਾਰੋ ਤੇ ਨਾ ਵੇਚੋ। 8 ਸਾਲ ਤੋਂ ਛੋਟੀ ਲੜਕੀ ਦਾ ਵਿਆਹ ਨਾ ਕਰੋ, ਨਾ ਦਾਜ ਲਓ ਤੇ ਨਾ ਦੇਵੋ। ਉਸ ਨੇ ਆਪਣੇ ਪੈਰੋਕਾਰਾਂ ਨੂੰ 13 ਰੁਪਏ ਤੋਂ ਵੱਧ ਸ਼ਾਦੀ ਤੇ ਖਰਚ ਕਰਨ ਤੋਂ ਮਨ੍ਹਾ ਕੀਤਾ। ਨਾ ਰੁਪਏ ਵਿਆਜ ਤੇ ਲਓ ਤੇ ਨਾ ਦੇਵੋ। ਬਲਦਾਂ ਨੂੰ ਖੱਸੀ ਨਾ ਕਰੋ, ਗਊਆਂ ਤੇ ਹੋਰ ਪਸ਼ੂਆਂ ਦੀ ਹੱਤਿਆ ਨਾ ਕਰੋ। ਸਿਹਤ ਸਫਾਈ: ਸੂਰਜ ਚੜ੍ਹੇ ਤੋਂ ਪਹਿਲਾਂ ਉੱਠੋ ਤੇ ਰੋਜ਼ ਇਸ਼ਨਾਨ ਕਰੋ, ਅਰਦਾਸ ਕਰੋ ਤੇ ਉੱਨ ਦੀ ਮਾਲਾ ਫੇਰੋ। ਰਾਜਨੀਤੀ: ਸਰਕਾਰੀ ਨੌਕਰੀ ਨਾ ਕਰੋ, ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਨ ਨਾ ਭੇਜੋ, ਮੁਕੱਦਮੇ ਅਦਾਲਤਾਂ ਵਿੱਚ ਲਿਜਾਣ ਦੀ ਥਾਂ ਪੰਚਾਇਤਾਂ ਵਿੱਚ ਨਿਪਟਾਓ, ਵਿਦੇਸ਼ੀ ਮਾਲ ਨਾ ਵਰਤੋ, ਨਾ ਹੀ ਸਰਕਾਰੀ ਡਾਕ ਸੇਵਾ ਦੀ ਵਰਤੋਂ ਕਰੋ। ਰਾਮ ਸਿੰਘ ਦੇ ਧਾਰਮਿਕ ਪ੍ਰਵਚਨਾਂ ਵਿੱਚ ਰਾਜਨੀਤੀ ਦੀ ਚਾਸ਼ਨੀ ਵੀ ਹੁੰਦੀ। ਜਦੋਂ ਉਹ ਪਹੁਲ ਛਕਾਉਂਦਾ ਤਾਂ ਅਜਿਹੇ ਮੌਕਿਆਂ ਤੇ ਆਮ ਉਪਦੇਸ਼ਾਂ ਦੇ ਨਾਲ ਨਾਲ ਉਹ ਸਿੱਖ ਰਾਜਿਆਂ ਤੇ ਜਗੀਰਦਾਰਾਂ ਦੀ ਬਦਚਲਣੀ,
ਗੁਰੂ ਸਾਹਿਬਾਨ ਦੇ ਵੰਸ਼ਜ ਸੋਢੀਆਂ ਬੇਦੀਆਂ ਵੱਲੋਂ ਗੁਰਗੱਦੀਆਂ ਲਾ ਕੇ ਬੈਠਣ ਦੀ, ਬੁੱਤ ਪੂਜਾ ਤੇ ਜਾਤੀਵਾਦ ਦੀ ਵੀ ਨਿਖੇਧੀ ਕਰਿਆ ਕਰਦਾ। ਹਿੰਦੂ ਧਰਮ ਦੀਆਂ ਕਈ ਰੀਤਾਂ ਰਸਮਾਂ ਦੀ ਆਲੋਚਨਾ ਕਰਨ ਦੇ ਬਾਵਜੂਦ ਉਹ ਗਊ ਦਾ ਸਰਗਰਮ ਰੱਖਿਅਕ ਬਣ ਗਿਆ। ਰਾਮ ਸਿੰਘ ਨੇ ਆਪਣੇ ਪੈਰੋਕਾਰਾਂ ਲਈ ਵੱਖਰੇ ਗੁਰਦੁਆਰੇ ਬਣਵਾਏ। ਉਸ ਨੇ ਸੂਬੇ ਨਿਯੁਕਤ ਕੀਤੇ ਜੋ ਧਨ ਉਗਰਾਉਣ ਕੇ ਭੈਣੀ ਭੇਜਿਆ ਕਰਦੇ ਸਨ। ਉਸ ਦੇ ਨੌਜਵਾਨਾਂ ਨੂੰ ਸ਼ਸਤਰ ਦੀ ਸਿਖਲਾਈ ਦੇਣ ਦਾ ਪ੍ਰਬੰਧ ਵੀ ਕੀਤਾ ਤੇ ਉਸ ਨੇ ਅਰਧ ਸੈਨਿਕ ਦਲ ਵੀ ਬਣਾਇਆ। ਕੂਕਿਆਂ ਦੇ ਆਪਣੇ ਕਾਸ਼ਦ ਹੁੰਦੇ ਸਨ ਜੋ ਗੁਪਤ ਸੰਦੇਸ਼ ਲੈ ਕੇ ਜਾਇਆ ਕਰਦੇ ਸਨ। 1863 ਤੱਕ ਰਾਮ ਸਿੰਘ ਦੇ ਪੈਰੋਕਾਰਾਂ ਦੀ ਇੱਕ ਬੜੀ ਵਿਉਂਤਬੱਧ ਜਥੇਬੰਦੀ ਬਣ ਗਈ ਸੀ। 100 ਸਾਖੀ ਦਾ ਇੱਕ ਨਵਾਂ ਸੰਸਕਰਣ ਪ੍ਰਚਲਿਤ ਕੀਤਾ ਗਿਆ। ਇਸ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਭੈਣੀ ਪਿੰਡ ਦੇ ਤਰਖਾਣ ਰਾਮ ਸਿੰਘ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਪੁਨਰ ਜਨਮ ਲੈਣਗੇ। ਉਹ ਅੰਗਰੇਜ਼ਾਂ ਨੂੰ ਹਿੰਦੁਸਤਾਨ ਚੋਂ ਕੱਢ ਕੇ ਸਿੱਖ ਰਾਜਵੰਸ਼ ਕਾਇਮ ਕਰਨਗੇ। ਰਾਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਹੁਕਮ ਭੇਜਿਆ ਕਿ ਉਹ ਖਾਸ ਐਲਾਨ ਸੁਣਨ ਲਈ ਵਿਸਾਖੀ ਦੇ ਮੌਕੇ ਅੰਮ੍ਰਿਤਸਰ ਪਹੁੰਚਣ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਅਨੰਦਪੁਰ 'ਚ ਅੰਮ੍ਰਿਤ ਛਕਾਉਣ ਲਈ ਇਸ ਤਰ੍ਹਾਂ ਹੀ ਕੀਤਾ ਸੀ। ਇਸ ਦਾ ਕੂਕਿਆਂ ਉੱਪਰ ਬਹੁਤ ਪ੍ਰਭਾਵ ਪਿਆ। ਰਾਮ ਸਿੰਘ ਅੰਮ੍ਰਿਤਸਰ ਪਹੁੰਚਿਆ ਤੇ ਉਸਨੇ ਵੇਖਿਆ ਕਿ ਸ਼ਹਿਰ ਵਿੱਚ ਪੁਲਿਸ ਦਗੜ-ਦਗੜ ਕਰ ਰਹੀ ਹੈ। ਉਹ ਉੱਥੇ ਕੋਈ ਐਲਾਨ ਨਾ ਕਰ ਸਕਿਆ। ਜਦੋਂ ਉਹ ਭੈਣੀ ਮੁੜ ਕੇ ਪਹੁੰਚਿਆ ਤਾਂ ਉਸਨੂੰ ਆਪਣਾ ਪਿੰਡ ਛੱਡ ਕੇ ਜਾਣ ਦੀ ਮਨਾਹੀ ਦੀ ਸੂਚਨਾ ਦੇ ਦਿੱਤੀ ਗਈ। ਉਸ ਨੇ ਸ਼ਿਕਾਇਤ ਕੀਤੀ ਕਿ ਸਰਕਾਰੀ ਅਧਿਕਾਰੀ, ਬ੍ਰਾਹਮਣ ਤੇ ਕੁਝ ਹੋਰ ਲੋਕ ਉਸ ਤੇ ਜ਼ੁਲਮ ਕਰ ਰਹੇ ਹਨ। ਰਾਮ ਸਿੰਘ ਉੱਪਰ ਉਸ ਵੇਲੇ ਤੱਕ ਸਖਤ ਨਿਗਰਾਨੀ ਰੱਖੀ ਜਾਂਦੀ ਰਹੀ ਜਦ ਤੱਕ ਸਰਕਾਰ ਨੂੰ ਯਕੀਨ ਹੋ ਗਿਆ ਕਿ ਕੂਕੇ ਕੋਈ ਗੜਬੜ ਨਹੀਂ ਕਰਨਗੇ। 1867 ਦੀ ਪਤਝੜ ਰੁੱਤ ਵਿੱਚ ਦੁਸ਼ਹਿਰਾ ਦੇ ਤਿਉਹਾਰ ਸਮੇਂ ਰਾਮ ਸਿੰਘ ਨੇ ਆਪਣੇ 3500 ਪੈਰੋਕਾਰਾਂ ਨਾਲ ਅੰਮ੍ਰਿਤਸਰ ਦੀ ਯਾਤਰਾ ਕੀਤੀ। ਉਸ ਦਾ ਹਰਿਮੰਦਰ ਤੇ ਦੂਸਰੇ ਗੁਰਦੁਆਰਿਆਂ ਵਿੱਚ ਬੜੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਉਸ ਨੇ 2000 ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਜਿਨ੍ਹਾਂ ਵਿੱਚੋਂ ਅਮੀਰ ਘਰਾਣਿਆਂ ਦੇ ਜ਼ਿਮੀਂਦਾਰ ਵੀ ਸ਼ਾਮਿਲ ਸਨ। ਇਸ ਸਮੇਂ ਤੱਕ ਰਾਮ ਸਿੰਘ ਦੀ ਆਪਣੀ ਇੱਛਾ ਤੋਂ ਬਿਨਾਂ ਹੀ ਇੱਕ ਧਰਮ ਨਿਰਪੱਖ ਨੇਤਾ ਦਾ ਦਰਜਾ ਪ੍ਰਾਪਤ ਕਰ ਚੁੱਕਾ ਸੀ। ਉਹ ਆਪਣੇ ਅੰਗ ਰੱਖਿਅਕਾਂ ਨਾਲ ਸਫ਼ਰ ਕਰਦਾ ਤੇ ਹਰ ਰੋਜ਼ ਦਰਬਾਰ ਲਾਉਂਦਾ। ਉਸ ਨੇ ਕਈ ਰਾਜਿਆਂ ਨੂੰ ਤੋਹਫ਼ੇ ਭੇਜੇ ਤੇ ਉਹਨਾਂ ਤੋਂ ਪ੍ਰਾਪਤ ਕੀਤੇ ਤੇ ਇੱਕ ਦੂਤ ਮੰਡਲ ਨੇਪਾਲ ਵੀ ਭੇਜਿਆ। ਕੂਕਿਆਂ ਨੂੰ ਸਿੱਖਾਂ ਦੇ ਪੁਨਰ ਉਥਾਨ ਦੀ ਭਵਿੱਖਬਾਣੀ ਦੀ ਚਾਟ ਉੱਤੇ ਲਾਇਆ ਗਿਆ ਸੀ। ਉਹ ਬਹੁਤਾ ਚਿਰ ਸ਼ਾਂਤ ਨਾ ਰਹੇ, ਪਰ ਜਦੋਂ ਗੱਲ ਟੱਕਰ ਲੈਣ ਦੀ ਆਈ ਤਾਂ ਗਊ ਦੇ ਮਸਲੇ ਨਾਲ ਉਲਝ ਗਏ, ਜੋ ਸਿੱਖ ਜਜ਼ਬਾਤ ਨੂੰ ਪ੍ਰਭਾਵਿਤ ਨਹੀਂ ਕਰਦਾ ਸੀ। ਇਸ ਮਸਲੇ ਤੇ ਵੀ ਉਹਨਾਂ ਨੇ ਆਪਣਾ ਗੁੱਸਾ ਅੰਗਰੇਜ਼ਾਂ ਉੱਪਰ ਕੱਢਣ ਦੀ ਥਾਂ ਤੇ ਮੁਸਲਮਾਨ ਕਸਾਈਆਂ ਤੇ ਕੱਢਿਆ। ਸਰਕਾਰ ਨਾਲ ਉਹਨਾਂ ਦੀ ਟੱਕਰ ਗਊ ਹੱਤਿਆ ਰੋਕਣ ਦੀ ਸਿੱਟੇ ਵਜੋਂ ਹੋਈ। ਕੁਝ ਜਨੂੰਨੀ ਕੂਕਿਆਂ ਨੇ ਅੰਮ੍ਰਿਤਸਰ ਵਿੱਚ ਤੇ ਮਗਰੋਂ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਕੁਝ ਬੁੱਚੜਖਾਨੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ। ਇਸ ਅਪਰਾਧ ਕਾਰਨ 8 ਕੂਕੇ ਫਾਂਸੀ ਲਾ ਦਿੱਤੇ ਗਏ ਤੇ ਦੂਸਰਿਆਂ ਨੂੰ ਲੰਮੀਆਂ ਸਜ਼ਾਵਾਂ ਦੇ ਕੇ ਕੈਦ ਕਰ ਲਿਆ ਗਿਆ। ਸਰਕਾਰ ਨੇ ਦੁਬਾਰਾ ਰਾਮ ਸਿੰਘ ਉੱਪਰ ਜੂਬੰਦੀ ਦੇ ਹੁਕਮ ਲਾ ਕੇ ਪਿੰਡ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਕੂਕਿਆਂ ਦੇ ਇਕੱਠ ਦੀ ਧਾਰਮਿਕ ਤਿਉਹਾਰ ਤੇ ਮਨਾਹੀ ਕਰ ਦਿੱਤੀ। ਪਰ ਕੂਕਿਆਂ ਦੇ ਜਜ਼ਬਾਤ ਭੜਕ ਉੱਠੇ ਤੇ ਜਨਵਰੀ 1872 ਦੇ ਮਾਘੀ ਮੇਲੇ ਤੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਭੈਣੀ ਪਹੁੰਚ ਗਏ। ਜਿਹੜੇ ਆਦਮੀ ਫਾਹੇ ਲਾਹੇ ਗਏ ਸਨ, ਉਹਨਾਂ ਦੀ ਵੀਰਤਾ ਦੀ ਵਡਿਆਈ ਵਿੱਚ ਭਾਸ਼ਣ ਦਿੱਤੇ ਗਏ। ਇਹ ਅਫਵਾਹ ਵੀ ਉਡਾਈ ਗਈ ਕਿ 100 ਸਾਖੀ ਵਿੱਚ ਸਿੱਖ ਰਾਜ ਦੀ ਪੁਨਰ ਸਥਾਪਨਾ ਦਾ ਸਮਾਂ ਆ ਗਿਆ ਹੈ। ਰਾਮ ਸਿੰਘ ਨੂੰ ਆਪਣੇ ਪੈਰੋਕਾਰਾਂ ਨੂੰ ਵਾਪਸ ਘਰੀ ਜਾਣ ਲਈ ਮਨਾਉਣ ਵਾਸਤੇ ਕਾਫੀ ਮੁਸ਼ਕਿਲ ਪੇਸ਼ ਆਈ, ਪਰੰਤੂ ਇੱਕ ਟੋਲੀ ਨੇ ਆਪਣੇ ਗੁਰੂ ਦੀ ਨਸੀਹਤ ਦੀ ਕੋਈ ਪਰਵਾਹ ਨਾ ਕੀਤੀ ਤੇ ਮਲੇਰਕੋਟਲਾ ਰਿਆਸਤ ਤੇ ਹਮਲਾ ਕਰਨ ਦਾ ਫੈਸਲਾ ਕੀਤਾ, ਜਿੱਥੇ ਗਊ ਹੱਤਿਆ ਦੀ ਖੁੱਲ੍ਹ ਸੀ। ਮਲੇਰਕੋਟਲਾ ਦੇ ਰਾਹ ਵਿੱਚ ਉਹਨਾਂ ਨੇ ਹਥਿਆਰ ਲੈਣ ਲਈ ਮਲੌਦ ਦੇ ਸਿੱਖ ਸਰਦਾਰ ਦੇ ਘਰ ਤੇ ਧਾਵਾ ਬੋਲ ਦਿੱਤਾ। ਉਹਨਾਂ ਨਾਲ ਸਰਦਾਰ ਦੇ ਨੌਕਰਾਂ ਨੇ
टक्कर लई ते जदों मलेरकोटला विच दाखल होए तां रियासत दी पुलिस नाल मुकाबला होया। लुधियाणे दा डिप्टी कमिश्नर एल कावल भी मगर पहुंच गया ते इस टोली दे 68 कूके गिरफ्तार कर लए। कावल ने टीडी फोरसाइथ कमिश्नर नूं सूचना भेज दित्ती ते बिना किसी रस्मी कार्रवाई दे 66 कैदी तोपां नाल उड़ा दिते गए। कूकियां दे मुख टिकाणे भैणी दी तलाशी लई गई। कुछ किरपानां, कुहाड़ियां ते कुछ सजावटी खुखरियां ही मिलियां। राम सिंह ते उस दे 11 पैरोकार गिरफ्तार कर लए गए ते जलावतन करके बर्मा भेज दिते गए। फोरसाइथ फिर कावन कोल मलेरकोटले जा पहुंचिया जिथे 16 होर कूके तोपां नाल उड़ाए गए। फिर यह टोली मलौद पहुंची जिथे कुछ कूके हिरासत विच सन। फोरसाइथ ने तरस खा के उन्हां नूं उमर कैद की सज़ा दिती। कावन वल्लों कीती गई वहशी कार्रवाई की एंग्लो इंडियन अखबार ने सख्त आलोचना की। भारत सरकार ने पड़ताल का हुक्म दे दिता जिस दे सिट्टे वजों कावन नूं बर्खास्त कर दिता गया ते फोरसाइथ नूं पंजाब तो बाहर तब्दील कर दिता गया। वायसराय दे विचार इन्हां शब्दां राहीं प्रगट कीते गए। कावन दा ढंग गैर कानूनी सी। यह जनतक तौर ते हालत नूं ठल पाउण लई जरूरी नहीं सी। इन्हां घटनावां दा सुभाਅ इन्हां नूं बर्बरता दर्शाउंदा है। सिखां दी नामधारी लहर दे धार्मिक पुनर जागरणवादी पहलू नाल जितनी कु थोड़ी बहुत हमदर्दी सी ਉਹ भी गरीब मुसलमान ते हुकूमत विरुद्ध हिंसक कार्रवाइयां करन करके खत्म हो गई। सिख पूरी तरह अंग्रेज समर्थक सन ते सिख नेतावां ने पहले हल्ले ही अपनी वफादारी का भरोसा दिवा दिता। महाराजा पटियाला ने अपनी रियासत विचले सारे कूकियां की गिरफ्तारी का फरमान जारी कर दिता। सिख सरदारां ने अमृतसर विच इकट्ठे होके लैफ गवर्नर नूं माण पत्र पेश किया ते कूकियां नूं भटके होए ते शैतान फिरका कहा जिन्हां ने अपने बुरे विहार ते शैतानी मनसूबिਆਂ नाल सिख संगठन दी सरकार दीआं नज़रां विच इज्जत घटाई है ते जिहड़ी सेवा उन्हां ने सरकार दी 1857 विच ते होर थाईं कीती है उस नूं मिट्टी विच मिला दिता है। कुछ साल जेल विच रहण पिछों राम सिंह नूं मुलाकात करन ते अपने पैरोकारां नाल संपर्क करन दी आग्या दे दित्ती गई। एक बार फिर उसने पंजाब विच विद्रोह उत्तेजित करन दी रुचि दिखाई। उस दे पैरोकारां ने 100 साखी दे होर संस्करण लभे जिन्हां विच पंजाब उपर रूसी हमले ते राम सिंह वल्लों राजवंश दी स्थापना करन दी भविखबाणी कीती गई सी। राम सिंह ने रूसी सहायता प्राप्त करन लई अपना दूत भेजा पर कोई सिट्टा ना निकलिया। उस नूं यह महसूस हो गया कि सिख अपने हाकमां विरुद्ध विद्रोह करन लई तैयार नहीं सन। राम सिंह ने सब उम्मीद छड्ड दित्ती ते अपने जोशीले पैरोकारां दीआं मनघड़त भविखबाणियां ते विश्वास करना छड्ड दिता। उस दे जेल विचों मगरले खतां तो पता लगदा है कि वो अपने आप नूं गुरु नहीं सगों गुरु दा रपटिया समझदा सी। कदे कदे जदों उस नूं अपने नाल कीते सलूक तो गुस्सा आउंदा तां ओह गुरु दी सहायता दी मंग करदा। पर कितनी अजीब गल सी कि ओह गऊ खाणे गोरियां तो देश दी सुतंत्रता लई विनाश दीआं हिंदू देवियां शक्तियां भगूती जगदंबा दी सहायता लई बेनती करदा सी। राम सिंह 1885 ईस्वी नूं रंगून विच मर गया। उसका छोटा भरा हरी सिंह उहदा उत्तराधिकारी बनिया। हरी सिंह नूं 21 साल ही भैणी तो बाहर जाण दी आग्या ना दित्ती गई जिस समय ओह गुरु वजों कार्यशील सी। 1906 ईस्वी विच उहदी मौत पिछों प्रताप सिंह गद्दी ते बैठिया जिस दी 1961 ईस्वी विच मृत्यु होई। उस मगरों वर्तमान मुखी जगजीत सिंह गद्दी ते बैठा।
ਕੂਕਿਆਂ ਦੀ ਗਿਣਤੀ ਬਾਰੇ ਭਰੋਸੇਯੋਗ ਅੰਕੜੇ ਇਕੱਤਰਿਤ ਨਹੀਂ ਕੀਤੇ ਗਏ। ਉਹਨਾਂ ਦੇ ਹੁਣ 2 ਕੇਂਦਰ ਹਨ, ਇੱਕ ਭੈਣੀ ਤੇ ਦੂਸਰਾ ਸਿਰਸਾ ਵਿੱਚ ਜੀਵਨ ਨਗਰ ਜੋ ਹਿਸਾਰ ਜ਼ਿਲ੍ਹੇ ਵਿੱਚ ਹੈ। ਉਹ 4 ਪੱਤਰ ਕੱਢਦੇ ਹਨ, ਜਿਨ੍ਹਾਂ ਵਿੱਚ ਸਤਯੁਗੀ ਗੁਰਮੁਖੀ ਵਿੱਚ ਹਫ਼ਤਾਵਾਰ ਸਭ ਤੋਂ ਪੁਰਾਣਾ ਹੈ ਤੇ ਸਭ ਤੋਂ ਵੱਧ ਛਪਦਾ ਹੈ। ਕੂਕੇ ਇੱਕ ਵੱਖਰਾ ਉਪ-ਫਿਰਕਾ ਹੈ, ਜਿਸ ਦਾ ਮੁੱਖ ਸਿੱਖ ਸੰਗਠਨ ਨਾਲ ਕੋਈ ਮੇਲ-ਜੋਲ ਨਹੀਂ ਹੈ। ਉਹਨਾਂ ਦੇ ਆਪਣੇ ਗੁਰਦੁਆਰੇ ਹਨ ਤੇ ਕੋਈ ਖਾਸ ਮੌਕਿਆਂ 'ਤੇ ਸਿੱਖਾਂ ਦੇ ਧਾਰਮਿਕ ਜਲੂਸਾਂ ਵਿੱਚ ਹਾਜ਼ਰ ਹੋਣ ਦੀ ਖੇਚਲ ਕਰਦੇ ਹਨ। ਉਹ ਸਿੱਖਾਂ ਨਾਲ ਸ਼ਾਦੀ ਵੀ ਨਹੀਂ ਕਰਦੇ ਜਦੋਂ ਤੱਕ ਦੂਸਰੀ ਧਿਰ ਉਹਨਾਂ ਦੇ ਮਤ 'ਤੇ ਵਿਸ਼ਵਾਸ ਨਹੀਂ ਕਰਦੀ। ਪਰੰਤੂ ਕੂਕੇ ਦੂਸਰਿਆਂ ਸਿੱਖਾਂ ਦੇ ਮੁਕਾਬਲੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਧਰਮ ਦੇ ਵਧੇਰੇ ਨਿਸ਼ਠਾਵਾਦੀ ਤੇ ਪੱਕੇ ਅਨੁਸਾਰੀ ਹਨ। ਉਹਨਾਂ ਦੇ ਗੁਰਦੁਆਰਿਆਂ ਵਿੱਚ ਅਡੰਬਰਪੂਰਨ ਪ੍ਰਦਰਸ਼ਨ ਨਹੀਂ ਹੈ ਤੇ ਉਹ ਮੂਰਤੀ ਪੂਜਕ ਤੱਤਾਂ ਜਿਵੇਂ ਸ਼ਾਨਦਾਰ ਚੰਦੋਆ, ਗ੍ਰੰਥ ਉੱਪਰ ਰੁਮਾਲੇ, ਧੂਪਦਾਨੀ ਆਦਿ ਤੋਂ ਰਹਿਤ ਹੁੰਦੇ ਹਨ, ਜਿਨ੍ਹਾਂ ਦਾ ਸਨਾਤਨੀ ਹਲਕਿਆਂ ਵਿੱਚ ਆਮ ਹੀ ਰਿਵਾਜ ਹੈ। ਕੂਕੇ ਆਪ ਵੀ ਸਾਦਾ ਜੀਵਨ ਬਤੀਤ ਕਰਦੇ ਹਨ। ਉਹ ਬਹੁਤ ਸਾਦੇ ਕੱਪੜੇ ਪਹਿਨਦੇ ਹਨ ਤੇ ਬੜਾ ਸਖਤ ਆਚਾਰ ਵਿਹਾਰ ਨਾਲ ਜੀਵਨ ਬਤੀਤ ਕਰਦੇ ਹਨ। ਉਹ ਗੁਰਦੁਆਰਿਆਂ ਵਿੱਚ ਪਾਠ ਪੂਜਾ ਲਈ ਨੇਮ ਨਾਲ ਜਾਂਦੇ ਹਨ ਤੇ ਉਹ ਆਪਣੇ ਵਸਤਰਾਂ, ਭੋਜਨ, ਖਾਣ ਪੀਣ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹਨ। ਉਹਨਾਂ ਦਾ ਭਾਰਤ ਦੀ ਸੁਤੰਤਰਤਾ ਲਹਿਰ ਵਿੱਚ ਵੀ ਯੋਗਦਾਨ ਹੈ। ਰਾਮ ਸਿੰਘ ਪਹਿਲਾ ਵਿਅਕਤੀ ਸੀ ਜਿਸ ਨੇ ਨਾ-ਮਿਲਵਰਤਨ ਤੇ ਸਵਦੇਸ਼ੀ ਦੀ ਵਰਤੋਂ ਸ਼ੁਰੂ ਕੀਤੀ ਸੀ। ਵਿਦੇਸ਼ੀ ਵਸਤੂਆਂ, ਸਰਕਾਰੀ ਸਕੂਲਾਂ, ਕਚਹਿਰੀਆਂ ਤੇ ਡਾਕ ਸੇਵਾ ਦਾ ਤਿਆਗ ਕਰਨ ਦੇ ਖੱਦਰ ਦੇ ਕੱਪੜੇ ਪਹਿਨਣ ਦਾ ਪ੍ਰਚਾਰ ਰਾਮ ਸਿੰਘ ਨੇ ਹੀ 1860 ਈਸਵੀ ਵਿੱਚ ਸ਼ੁਰੂ ਕੀਤਾ ਸੀ, ਜਿਸ ਨੂੰ 60 ਸਾਲ ਮਗਰੋਂ ਮਹਾਤਮਾ ਗਾਂਧੀ ਨੇ ਅਪਣਾਇਆ। ਕਾਂਡ 9ਵਾਂ ਸਿੰਘ ਸਭਾ ਤੇ ਸਮਾਜ ਸੁਧਾਰ। ਪਿਛੋਕੜ: ਈਸਾਈਆਂ ਤੇ ਹਿੰਦੂਆਂ ਦੀਆਂ ਪ੍ਰਚਾਰ ਗਤੀਵਿਧੀਆਂ। ਨਿਰੰਕਾਰੀ, ਰਾਧਾ ਸੁਆਮੀ ਤੇ ਨਾਮਧਾਰੀ ਲਹਿਰਾਂ ਨੇ ਸਿੱਖ ਸਮੂਹ ਤੇ ਕੋਈ ਜ਼ਿਆਦਾ ਪ੍ਰਭਾਵ ਨਾ ਪਾਇਆ। ਪਹਿਲੀ ਲਹਿਰ ਤਾਂ ਉੱਤਰ ਪੱਛਮ ਦੇ ਸ਼ਹਿਰੀ ਸਿੱਖ ਸਮਾਜ ਤੱਕ ਹੀ ਸੀਮਿਤ ਰਹੀ। ਦੂਸਰੀ ਦਾ ਸੰਬੰਧ ਵਧੇਰੇ ਕਰਕੇ ਆਸਕਤਾ ਦੀਆਂ ਸਮੱਸਿਆਵਾਂ ਨਾਲ ਹੀ ਸੀ। ਤੀਸਰੀ ਦੀ ਤਾਂ ਹੋਂਦ ਹੀ ਮਲੇਰਕੋਟਲਾ ਦੇ ਪਰੇਡ ਮੈਦਾਨ ਵਿੱਚ ਝੁਲਸ ਕੇ ਖਤਮ ਕਰ ਦਿੱਤੀ ਗਈ ਸੀ। ਤਿੰਨੇ ਲਹਿਰਾਂ ਆਪਣੇ ਸੰਪਰਦਾਇਕ ਜੁੰਡਲੀਆਂ ਦੇ ਰੂਪ ਵਿੱਚ ਵਿਕਸਿਤ ਹੋਈਆਂ ਤੇ ਆਪਣੇ ਆਪਣੇ ਵਿਸ਼ੇਸ਼ ਗੁਰੂ ਦੀ ਭਗਤੀ ਤੇ ਆਪਣੇ ਗੁਪਤ ਤੇ ਰਹੱਸਮਈ ਧਾਰਮਿਕ ਸੰਸਕਰਨਾਂ ਦੀ ਵਰਤੋਂ ਵਿੱਚ ਮਸਤ ਰਹੀਆਂ। ਜਿਨ੍ਹਾਂ ਬੁਰਾਈਆਂ ਨੂੰ ਖਤਮ ਕਰਨ ਲਈ ਇਹ ਲਹਿਰਾਂ ਸ਼ੁਰੂ ਕੀਤੀਆਂ ਗਈਆਂ ਸਨ, ਉਹ ਉਸੇ ਤਰ੍ਹਾਂ ਹੀ ਬੇਰੋਕ ਜਾਰੀ ਰਹੀਆਂ। ਨੀਵੇਂ ਵਰਗਾਂ ਦੇ ਸਿੱਖਾਂ ਨਾਲ ਵਿਤਕਰਾ ਉਵੇਂ ਹੀ ਕੀਤਾ ਜਾਂਦਾ ਰਿਹਾ। ਅਮੀਰ ਲੋਕ ਸ਼ਰਾਬ ਪੀਣ ਅਤੇ ਵਿਭਚਾਰੀ ਜੀਵਨ ਵਿੱਚ ਗਲਤਾਨ ਰਹੇ। ਬ੍ਰਾਹਮਣਵਾਦੀ ਹਿੰਦੂ ਧਰਮ ਆਪਣੇ ਦੇਵੀ ਦੇਵਤਿਆਂ ਦੇ ਸਰਵਦੇਵ ਮੰਦਰਾਂ, ਸੰਸਕ੍ਰਿਤ ਮੰਤਰਾਂ ਦੇ ਅਸਪਸ਼ਟ ਗੁਣ ਗਾਉਣ ਤੇ ਜੋਤਸ਼ੀਆਂ, ਨਜੂਮੀਆਂ, ਪੱਤਰੀ ਬਣਾਉਣ ਵਾਲੇ ਪਾਂਧਿਆਂ ਵਿੱਚ ਪਹਿਲਾਂ ਵਾਂਗ ਹੀ ਵਿਸ਼ਵਾਸ ਕਰਦਾ ਰਿਹਾ। ਸਿੱਖ ਜੋ ਇਹਨਾਂ ਮੰਤਾਂ ਦੀ 10 ਗੁਰੂਆਂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨ ਤੇ ਟੀਕਾ ਟਿੱਪਣੀ ਕਰਦੇ ਸਨ, ਉਹ ਵੀ ਗੁਰੂ ਨਾਨਕ ਤੇ ਗੋਬਿੰਦ ਦੇ ਵੰਸ਼ਜ ਬੇਦੀਆਂ ਤੇ ਸੋਢੀਆਂ ਅੱਗੇ ਡੰਡੌਤ ਕਰਦੇ ਤੇ ਮੱਥਾ ਟੇਕਦੇ ਸਨ ਜਾਂ ਕਿਸੇ ਇੱਕ ਜਾਂ ਦੂਜੇ ਸੰਤ ਸਾਧੂ ਦਾ ਇਸ ਤਰ੍ਹਾਂ ਸਨਮਾਨ ਸਤਿਕਾਰ ਕਰਦੇ ਸਨ ਜਿਵੇਂ ਉਹ ਗੁਰੂ ਹੀ ਹੋਵੇ। ਸਿੱਖਾਂ ਦੇ ਨੈਤਿਕ ਪੱਧਰ ਦੇ ਪਤਨ ਜਿਤਨਾ ਹੀ ਗੰਭੀਰ ਮਸਲਾ ਸਿੱਖਾਂ ਦੀ ਘਟ ਰਹੀ ਸੰਖਿਆ ਸੀ। ਜਦੋਂ ਖਾਲਸੇ ਦੀ ਚੜ੍ਹਾਈ ਕਲਾ ਸੀ ਤਾਂ ਬਹੁਤ ਸਾਰੇ ਹਿੰਦੂਆਂ ਨੇ ਦਾੜ੍ਹੀ ਕੇਸ ਰੱਖ ਲਏ ਸਨ ਤੇ ਸਿੱਖ ਗੁਰੂ ਸਾਹਿਬਾਨਾਂ ਦੀ ਮੂੰਹ ਰੱਖਣੀ ਮਹਿਮਾ ਕਰਦੇ ਸਨ। ਪੰਜਾਬ ਦੇ ਇਲਹਾਕ ਪਿੱਛੋਂ ਇਹ ਫਸਲੀ ਬਟੇਰੇ ਫਿਰ ਹਿੰਦੂ ਛਤਰੀ ਤੇ ਜਾ ਬੈਠੇ। ਸੱਚੇ ਸੁੱਚੇ ਸਿੱਖ ਪਰਿਵਾਰ ਜਿਨ੍ਹਾਂ ਦੇ ਅਜਿਹੇ ਹਿੰਦੂਆਂ ਨਾਲ ਬੜੇ ਗੂੜ੍ਹੇ ਪਰਿਵਾਰਕ ਸੰਬੰਧ ਸਨ, ਉਹ ਵੀ ਉਹਨਾਂ ਵਾਂਗ ਹੀ ਜਾ ਰਲੇ ਜਾਂ ਸਫਾ ਚੱਟ ਸਹਿਜਧਾਰੀ ਬਣ ਗਏ, ਕਿਉਂਕਿ ਕੁਝ ਪੀੜ੍ਹੀਆਂ ਪਹਿਲਾਂ ਉਹ ਹਿੰਦੂ ਹੀ ਸਨ ਤੇ ਉਹਨਾਂ ਦਾ ਵਰਤ ਵਿਹਾਰ ਹਿੰਦੂਆਂ ਨਾਲੋਂ ਟੁੱਟਾ ਨਹੀਂ ਸੀ। ਉਹਨਾਂ ਦੀ ਹਿੰਦੂ ਧਰਮ ਵਿੱਚ
ਜਜ਼ਬ ਹੋਣ ਦੀ ਸੰਭਾਵਨਾ ਸੀ ਤੇ ਬੜੀ ਜਲਦੀ ਹੀ ਉਹਨਾਂ ਦੀ ਇੱਕ ਵੱਖਰੀ ਸੰਪਰਦਾਇ ਵਜੋਂ ਹੋਂਦ ਖਤਮ ਹੋ ਜਾਣੀ ਸੀ। ਸਿੱਖ ਧਰਮ ਦੇ ਵਿਖੰਡਣ ਦਾ ਇੱਕ ਕਾਰਨ ਤਾਂ ਇਸ ਦੀ ਨਿਹੱਤ ਜਨਮਜਾਤ ਸੁਭਾਵਕ ਕਮਜ਼ੋਰੀ ਤਾਂ ਹੀ ਸੀ, ਪਰ ਇਸ ਦੇ 3 ਹੋਰ ਕਾਰਨ ਵੀ ਸਨ। ਇੱਕ ਸੀ ਈਸਾਈ ਪ੍ਰਚਾਰਕਾਂ ਦੀਆਂ ਗਤੀਵਿਧੀਆਂ, ਦੂਸਰਾ ਨਵੀਂ ਹਿੰਦੂ ਸੰਸਥਾ ਆਰੀਆ ਸਮਾਜ ਦੀ ਧਰਮ ਸ਼ੁੱਧੀ ਮੁਹਿੰਮ, ਤੀਸਰਾ ਕਾਰਨ ਉਹ ਤਰਕਸ਼ੀਲਤਾ ਸੀ ਜੋ ਵਿਗਿਆਨ ਸੰਕਲਪਾਂ ਦੀ ਵਰਤੋਂ ਦੇ ਸ਼ੁਰੂ ਹੋਣ ਨਾਲ ਆਈ। 1835 ਈਸਵੀ ਵਿੱਚ ਲੁਧਿਆਣਾ ਵਿੱਚ ਇੱਕ ਪ੍ਰੈਸਬਾਈਟੇਰੀਅਨ ਸਥਾਪਿਤ ਕੀਤਾ ਗਿਆ ਸੀ। ਇਲਹਾਕ ਤੋਂ ਤੁਰੰਤ ਮਗਰੋਂ ਇਸ ਦੀਆਂ ਗਤੀਵਿਧੀਆਂ ਮਾਲਵੇ ਤੋਂ ਮਾਝੇ ਤੱਕ ਫੈਲ ਗਈਆਂ। ਚਰਚ ਪ੍ਰਚਾਰਕ ਸਭਾ ਨੇ ਆਪਣੇ ਕੇਂਦਰ ਅੰਮ੍ਰਿਤਸਰ ਤੇ ਲਾਹੌਰ ਦੇ ਆਲੇ ਦੁਆਲੇ ਤੇ ਪਹਾੜੀ ਜ਼ਿਲ੍ਹਿਆਂ ਵਿੱਚ ਖੋਲ੍ਹ ਲਏ। ਦ ਸੁਸਾਇਟੀ ਫਾਰ ਦੀ ਪ੍ਰੋਪੇਗੇਸ਼ਨ ਆਫ ਗੋਸਪੈਲ, ਦੀ ਸਾਲਵੇਸ਼ਨ ਆਰਮੀ, ਦੀ ਮੈਥੋਡਿਸਟ, ਐਪੀਸਕੋਪਾਲੀਅਨ, ਮੋਰੇਵੀਅਨ ਤੇ ਕੋਈ ਰੋਮਨ ਕੈਥੋਲਿਕ ਧਰਮ ਸੰਘ ਇੱਕ ਦੂਸਰੇ ਨਾਲ ਨਵ ਧਰਮੀਆਂ ਨੂੰ ਆਪਣੇ ਧਰਮ ਛੱਡ ਕੇ ਈਸਾਈ ਬਣਾਉਣ ਲਈ ਮੁਕਾਬਲਾ ਕਰਨ ਲੱਗੇ। ਇਹਨਾਂ ਈਸਾਈ ਪ੍ਰਚਾਰਕਾਂ ਦੀ ਅੰਗਰੇਜ਼ ਅਧਿਕਾਰੀ ਬੜੀ ਸਰਗਰਮੀ ਨਾਲ ਸਹਾਇਤਾ ਕਰਦੇ ਸਨ। ਮਹਾਰਾਜਾ ਦਲੀਪ ਸਿੰਘ ਦਾ 1853 ਵਿੱਚ ਈਸਾਈ ਬਣ ਜਾਣਾ ਈਸਾਈ ਮਿਸ਼ਨਰੀਆਂ ਦੀ ਪਹਿਲੀ ਪ੍ਰਾਪਤੀ ਸੀ ਤੇ ਸਿੱਖਾਂ ਲਈ ਇੱਕ ਦੁਖਦਾਈ ਸੱਟ ਸੀ। ਉਸੇ ਸਾਲ ਅੰਮ੍ਰਿਤਸਰ ਵਿੱਚ ਇੱਕ ਈਸਾਈ ਮਿਸ਼ਨ ਸਕੂਲ ਖੋਲ੍ਹਿਆ ਗਿਆ। ਨਵ ਧਰਮੀਆਂ ਦੇ ਸੁਭਾਵਿਕ ਉਤਸ਼ਾਹ ਅਨੁਸਾਰ ਜਲਾਵਤਨ ਮਹਾਰਾਜੇ ਨੇ ਵੀ ਇਸ ਦੀ ਸਹਾਇਤਾ ਤੇ ਸਮਰਥਨ ਦੀ ਪੇਸ਼ਕਸ਼ ਕਰ ਦਿੱਤੀ। ਮਹਾਰਾਜਾ ਦਲੀਪ ਸਿੰਘ ਤੋਂ ਬਿਨਾਂ ਪਹਿਲਾਂ ਧਰਮ ਬਦਲਣ ਵਾਲਿਆਂ ਵਿੱਚ ਜ਼ਿਆਦਾ ਅਛੂਤ ਜਾਤੀਆਂ ਦੇ ਸਿੱਖ ਸਨ। ਥੋੜ੍ਹੇ ਹੀ ਸਮੇਂ ਵਿੱਚ ਈਸਾਈ ਸ਼ਬਦ ਇਤਨਾ ਦੋਸ਼ਪੂਰਨ ਬਣ ਗਿਆ ਕਿ ਇਹ ਚੂੜਾ ਦਾ ਸਮਾਨ ਅਰਥ ਬਣ ਗਿਆ ਜੋ ਪੰਜਾਬੀ ਵਿੱਚ ਆਮ ਅਛੂਤ ਸਫਾਈ ਸੇਵਕਾਂ ਭੰਗੀਆਂ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਨਵ ਧਰਮੀਆਂ ਨੂੰ ਅਹਿਸਾਸ ਹੋਇਆ ਕਿ ਨਾ ਤਾਂ ਪਾਦਰੀ ਦੀ ਸਰਪ੍ਰਸਤੀ ਤੇ ਨਾ ਹੀ ਸੋਲਾ ਟੋਪੀ ਦੀ ਦਿਸਦੀ ਸ਼ਾਨ ਉਹਨਾਂ ਤੋਂ ਅਛੂਤੇਪਣ ਜਾਂ ਭਿੱਟ ਦਾ ਦਾਗ ਮਿਟਾ ਸਕੀ। ਉਸ ਪਿੱਛੋਂ ਨਵੀਆਂ ਜਾਤੀਆਂ ਵਿੱਚੋਂ ਧਰਮ ਬਦਲਣ ਵਾਲਿਆਂ ਦੀ ਗਿਣਤੀ ਘਟ ਗਈ। ਈਸਾਈ ਪ੍ਰਚਾਰਕਾਂ ਨੇ ਆਪਣਾ ਧਿਆਨ ਅਮੀਰ ਜੱਟਾਂ ਤੇ ਖੱਤਰੀ ਜਾਤਾਂ ਵੱਲ ਕੀਤਾ। ਕਈ ਉੱਘੇ ਸਿੱਖ ਪਰਿਵਾਰਾਂ ਨੇ ਈਸਾਈ ਧਰਮ ਅਪਣਾ ਲਿਆ। ਪੜ੍ਹੇ ਲਿਖਿਆਂ ਤੇ ਉੱਚ ਕੁਲੀਨ ਸਰਦਾਰ ਘਰਾਣਿਆਂ ਦੇ ਧਰਮ ਪਰਿਵਰਤਨ ਨੇ ਸਿੱਖ ਆਗੂਆਂ ਨੂੰ ਆਪਣੇ ਅਛੂਤ ਭਰਾਵਾਂ ਦੇ ਧਰਮ ਛੱਡ ਕੇ ਜਾਣ ਦੇ ਘਾਟੇ ਨਾਲੋਂ ਵਧੇਰੇ ਚਿੰਤਿਤ ਕਰ ਦਿੱਤਾ। 1873 ਜਦੋਂ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ 4 ਲੜਕਿਆਂ ਨੇ ਈਸਾਈ ਧਰਮ ਗ੍ਰਹਿਣ ਕਰਨ ਦਾ ਫੈਸਲਾ ਕੀਤਾ ਤਾਂ ਸਾਰੇ ਪੰਜਾਬ ਅੰਦਰ ਵਿਦਰੋਹ ਵਿੱਚ ਜਲਸੇ ਹੋਏ। ਸਿੱਖ ਪ੍ਰਚਾਰਕਾਂ ਨੇ ਲੜਕਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਧਰਮ ਬਦਲਣ ਦੇ ਖਿਆਲ ਤੋਂ ਰੋਕ ਲਿਆ। ਪਰੰਤੂ ਈਸਾਈ ਮਿਸ਼ਨਰੀਆਂ ਦੀਆਂ ਗਤੀਵਿਧੀਆਂ ਨਾਲੋਂ ਪੁਨਰ ਜਾਗ੍ਰਿਤ ਹਿੰਦੂ ਧਰਮ, ਖਾਸ ਕਰਕੇ ਆਰੀਆ ਸਮਾਜ ਦੀ ਚੁਣੌਤੀ ਜ਼ਿਆਦਾ ਗੰਭੀਰ ਸੀ। ਆਰੀਆ ਸਮਾਜ ਦੀ ਨੀਂਹ ਸਵਾਮੀ ਦਇਆਨੰਦ ਸਰਸਵਤੀ ਨੇ ਰੱਖੀ ਸੀ, ਜਿਸ ਦਾ ਆਦਰਸ਼ ਸੀ ਵੇਦਾਂ ਵੱਲ ਵਾਪਸ ਮੁੜੋ। ਦਇਆਨੰਦ ਕਾਠੀਆਵਾੜ ਦੇ ਸ਼ਿਵ ਬ੍ਰਾਹਮਣ ਦਾ ਲੜਕਾ ਸੀ। ਉਸ ਨੇ 21 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ ਤੇ ਅਗਲੇ 18 ਸਾਲ ਉਸ ਨੇ ਸੰਸਕ੍ਰਿਤ ਦੀਆਂ ਧਰਮ ਪੁਸਤਕਾਂ ਦਾ ਇੱਕ ਅੰਨ੍ਹੇ ਵਿਦਵਾਨ ਸਵਾਮੀ ਵਿਰਜਾਨੰਦ ਦੀ ਅਗਵਾਈ ਵਿੱਚ ਅਧਿਐਨ ਕੀਤਾ। ਆਪਣੀ ਉਮਰ ਦੇ ਅਗਲੇ 20 ਸਾਲ ਉਸ ਨੇ ਉੱਤਰੀ ਭਾਰਤ ਵਿੱਚ ਪ੍ਰਚਾਰ ਕਰਦਿਆਂ ਲੰਘਾਏ। ਉਸ ਅਨੁਸਾਰ ਵੇਦ ਇੱਕ ਸਰਬ-ਸ਼ਕਤੀਮਾਨ ਪਰ ਅਦ੍ਰਿਸ਼ ਪਰਮਾਤਮਾ ਵਿੱਚ ਵਿਸ਼ਵਾਸ ਤੇ ਮਨੁੱਖ ਦੀ ਬਰਾਬਰੀ ਦ੍ਰਿੜ ਕਰਵਾਉਂਦੇ ਹਨ। ਇਸ ਲਈ ਉਹ ਬੁੱਤ ਪੂਜਾ, ਜਾਤ-ਪਾਤ ਦਾ ਵਿਰੋਧ ਕਰਦਾ ਸੀ। ਦਇਆਨੰਦ ਇੱਕ ਸ਼ਕਤੀਸ਼ਾਲੀ ਵਕਤਾ ਸੀ, ਪਰ
ਕੁਝ ਹੀ ਸਾਲਾਂ ਵਿੱਚ ਉਸ ਦੀ ਆਵਾਜ਼ ਭਾਰਤ ਦੇ ਕੋਨੇ-ਕੋਨੇ ਵਿੱਚ ਸੁਣਾਈ ਦੇਣ ਲੱਗੀ। ਉਸ ਦੀ ਬੁੱਤ ਪ੍ਰਸਤੀ ਦੀ ਵਿਰੋਧਤਾ, ਏਕੀ ਈਸ਼ਵਰਵਾਦ ਤੇ ਬਰਾਬਰੀ ਦੇ ਵਿਚਾਰ ਸਿੱਖਾਂ ਲਈ ਵਿਸ਼ੇਸ਼ ਖਿੱਚ ਰੱਖਦੇ ਸਨ। 1877 ਦੀਆਂ ਗਰਮੀਆਂ ਵਿੱਚ ਦਿਆਨੰਦ ਪੰਜਾਬ ਆਇਆ, ਜਿੱਥੇ ਉਸ ਦਾ ਹਿੰਦੂਆਂ ਤੇ ਸਿੱਖਾਂ ਨੇ ਭਰਵਾਂ ਸਵਾਗਤ ਕੀਤਾ। ਉਸ ਨੇ ਲਾਹੌਰ ਵਿੱਚ ਆਰੀਆ ਸਮਾਜ ਦੀ ਸ਼ਾਖ ਕਾਇਮ ਕੀਤੀ। ਉਹਦੀ ਗਤੀਵਿਧੀ ਦਾ ਮੁੱਖ ਕਾਰਜ ਧਰਮ ਸ਼ੁੱਧੀ ਸੀ ਤੇ ਉਸ ਦੇ ਬਹੁਤ ਸਾਰੇ ਹਿੰਦੂ ਸਿੱਖ ਅਨੁਯਾਈ ਬਣ ਗਏ। ਸਨਾਤਨੀ ਸਿੱਖਾਂ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਦਿਆਨੰਦ ਦਾ ਵੇਦਾਂ ਦੀ ਅਭੁੱਲਤਾ ਵਿੱਚ ਵਿਸ਼ਵਾਸ ਉਤਨਾ ਹੀ ਕੱਟੜਤਾ ਭਰਪੂਰ ਹੈ ਜਿਤਨਾ ਮੁਸਲਮਾਨਾਂ ਦਾ ਕੁਰਾਨ ਵਿੱਚ। ਉਹਦੇ ਲਈ ਗ੍ਰੰਥ ਗੌਣ ਮਹੱਤਤਾ ਵਾਲਾ ਸੀ ਤੇ ਸਿੱਖ ਗੁਰੂ ਘੱਟ ਪੜ੍ਹੇ ਲਿਖੇ ਸਨ। ਉਸ ਨੇ ਨਾਨਕ ਨੂੰ ਦੰਭੀ ਆਖਿਆ। ਦਿਆਨੰਦ ਸਿੱਖ ਧਰਮ ਸ਼ਾਸਤਰੀਆਂ ਪ੍ਰਤੀ ਘ੍ਰਿਣਾ ਨਾਲ ਵੇਖਦਾ ਸੀ, ਕਿਉਂਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ। ਉਸ ਦੀ ਹਰ ਉਸ ਵਿਅਕਤੀ ਲਈ ਮਨ ਭਾਉਂਦੀ ਉਕਤੀ ਮਹਾਮੂਰਖ ਸੀ ਜੋ ਉਸ ਦੇ ਮਾਪ ਤੇ ਪੂਰਾ ਨਹੀਂ ਉਤਰਦਾ ਸੀ। ਦਿਆਨੰਦ ਨੇ ਸੁਰ ਛੇੜ ਦਿੱਤੀ ਤੇ ਉਹਦੇ ਤੇਜ਼ ਤਰਾਰ ਪ੍ਰਸ਼ੰਸਕਾਂ ਨੇ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ। ਸਿੱਖਾਂ ਨੇ ਦਿਆਨੰਦ ਵੱਲੋਂ ਮੂੰਹ ਮੋੜ ਲਿਆ। ਇਸ ਦੀ ਥਾਂ ਤੇ ਉਹਨਾਂ ਨੇ ਈਸਾਈਆਂ ਤੇ ਮੁਸਲਮਾਨਾਂ ਨਾਲ ਮਿਲ ਕੇ ਉਸ ਦੀ ਪੁਸਤਕ ਸਤਿਆਰਥ ਪ੍ਰਕਾਸ਼ ਤੇ ਪਾਬੰਦੀ ਲਾਉਣ ਦੀ ਮੰਗ ਕਰ ਦਿੱਤੀ, ਕਿਉਂਕਿ ਇਸ ਪੁਸਤਕ ਵਿੱਚ ਤਿੰਨਾਂ ਹੀ ਧਰਮਾਂ ਦੇ ਪੈਗੰਬਰਾਂ ਦੀ ਨਿੰਦਿਆ ਕੀਤੀ ਗਈ ਸੀ। ਈਸਾਈ ਪ੍ਰਚਾਰਕਾਂ ਤੇ ਆਰੀਆ ਸਮਾਜੀਆਂ ਦੀਆਂ ਗਤੀਵਿਧੀਆਂ ਤੋਂ ਬਿਨਾਂ ਸੂਬੇ ਵਿੱਚ ਹੋਰ ਤਬਦੀਲੀ ਦੀ ਪੌਣ ਰੁਮਕਣ ਲੱਗੀ। ਬੰਗਾਲੀ ਬੁੱਧੀਜੀਵੀਆਂ ਦੀ ਆਮਦ ਸ਼ੁਰੂ ਹੋ ਗਈ ਤੇ ਉਹ ਰਾਜਾ ਰਾਮ ਮੋਹਨ ਰਾਏ ਤੇ ਉਦਾਰਵਾਦੀ ਹਿੰਦੂ ਧਰਮ ਤੇ ਬ੍ਰਹਮੋ ਸਮਾਜ ਦਾ ਸੰਦੇਸ਼ ਲੈ ਕੇ ਆਏ। ਉਹਨਾਂ ਨੇ ਆਪਣੀ ਸ਼ਾਖ 1864 ਵਿੱਚ ਲਾਹੌਰ ਵਿੱਚ ਕਾਇਮ ਕੀਤਾ ਤੇ ਉਹਨਾਂ ਨੂੰ ਦਿਆਲ ਸਿੰਘ ਮਜੀਠੀਆ, ਇੱਕ ਉੱਘਾ ਵਿਅਕਤੀ, ਮਿਲ ਗਿਆ ਜਿਸ ਨੇ ਉਹਨਾਂ ਦਾ ਧਰਮ ਗ੍ਰਹਿਣ ਕਰ ਲਿਆ। ਉਤਨੇ ਹੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਥੀਓਸੋਫਿਸਟਸ ਸਨ, ਜਿਨ੍ਹਾਂ ਵਿੱਚੋਂ ਡਾਕਟਰ ਐਨੀ ਬੇਸੰਤ ਸਮੇਤ ਬਹੁਤ ਸਾਰਿਆਂ ਨੇ ਪੰਜਾਬ ਵਿੱਚ ਭਾਸ਼ਣ ਦਿੱਤੇ। ਭਾਰਤ ਵਿੱਚ ਤੇ ਹਿੰਦੂ ਧਰਮ ਵਿੱਚ ਜੋ ਦਿਲਚਸਪੀ ਮੈਕਸ ਮੂਲਰ, ਸਰ ਐਡਵਿਨ ਅਰਨਾਲਡ ਤੇ ਡਾਕਟਰ ਮੋਨਿਆਰ ਵਿਲੀਅਮਜ਼ ਦੇ ਗ੍ਰੰਥ ਛਪਣ ਨਾਲ ਪੈਦਾ ਹੋਈ, ਉਹ ਦਿਲਚਸਪੀ ਮਗਰੋਂ ਪੰਜਾਬ ਵਿੱਚ ਲਈ ਜਾਣ ਲੱਗੀ। ਸਿੱਖ ਇੱਕ ਵਾਰ ਆਪਣੇ ਯੂਰਪੀ ਵਿਆਖਿਆਕਾਰਾਂ ਦੇ ਸੰਬੰਧ ਵਿੱਚ ਬਦਕਿਸਮਤ ਰਹੇ। ਇੱਕ ਜਰਮਨ ਭਾਸ਼ਾ ਵਿਗਿਆਨੀ ਡਾਕਟਰ ਅਰਨਸਟ ਟਰੰਪ ਨੂੰ ਇੰਡੀਆ ਆਫਸ ਨੇ ਅੰਗਰੇਜ਼ੀ ਵਿੱਚ ਗ੍ਰੰਥ ਦਾ ਅਨੁਵਾਦ ਕਰਨ ਲਈ ਲਾਇਆ। ਟਰੰਪ ਨੇ ਕੁਝ ਪੰਨਿਆਂ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਕੰਮ ਛੱਡ ਦਿੱਤਾ ਕਿਉਂਕਿ ਭਾਸ਼ਾ ਸੰਸਕ੍ਰਿਤ ਵਿਆਖਿਆਕਰਨ ਦੇ ਨਿਯਮਾਂ ਅਨੁਸਾਰ ਨਹੀਂ ਸੀ ਤੇ ਸਿੱਖ ਧਰਮ ਸ਼ਾਸਤਰੀਆਂ ਨੇ ਵੀ ਉਸ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਟਰੰਪ ਦੀ ਛੋਟੀ ਰਚਨਾ ਦੇ ਛਪਣ ਨਾਲ ਉਪਰੰਤ ਬਹੁਤ ਨਿਰਾਸ਼ਤਾ ਪੈਦਾ ਹੋਈ। ਉਸ ਦੇ ਪ੍ਰਾਕਥਨ ਵਿੱਚ ਗ੍ਰੰਥ ਦੇ ਮੂਲ ਪਾਠ ਬਾਰੇ ਦੂਰ ਭਾਵਨਾ ਵਾਲੀ ਟਿੱਪਣੀਆਂ ਸਨ ਤੇ ਉਸ ਦਾ ਅਨੁਵਾਦ ਗਲਤ, ਨੀਰਸ ਤੇ ਗਦ ਵਰਗਾ ਸੀ। ਪਰ ਇਸ ਵਿੱਚ ਵੀ ਸਿੱਖਾਂ ਤੋਂ ਬਿਨਾਂ ਹੋਰ ਕਿਸ ਦਾ ਕਸੂਰ ਸੀ? ਸਾਹਿਤਕ ਤੇ ਵਿਦਿਅਕ ਲਹਿਰਾਂ ਹੌਲੀ-ਹੌਲੀ ਜ਼ੋਰ ਤੇ ਗਤੀ ਫੜ ਗਈਆਂ। 1870ਵੇਂ ਤੇ 1880ਵੇਂ ਦਹਾਕੇ ਵਿੱਚ ਪੰਜਾਬ ਵਿੱਚ ਓਰੀਐਂਟਲ ਕਾਲਜ, ਇੱਕ ਯੂਨੀਵਰਸਿਟੀ, ਲਾਇਬ੍ਰੇਰੀ, ਅਜਾਇਬ ਘਰ, ਆਰਟਸ ਸਕੂਲ, ਸਾਇੰਸ ਸੰਸਥਾ ਤੇ ਇੱਕ ਮੈਡੀਕਲ ਕਾਲਜ ਖੋਲ੍ਹੇ ਗਏ। ਹਿੰਦੂਆਂ ਤੇ ਮੁਸਲਮਾਨਾਂ ਨੇ ਆਪਣੇ ਸਕੂਲ ਤੇ ਕਾਲਜ ਖੋਲ੍ਹ ਲਏ, ਸਿੱਖ ਹੀ ਪਿੱਛੇ ਰਹਿ ਗਏ। ਅੱਜ ਅਸੀਂ ਇਸ ਕਿਤਾਬ ਦੇ 149 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।